शरण प्रभु मैं कृपा धारे सेवा कुछ जानो नीत नूर सारे मान करो तुझे करे मेरे प्रीतम प्यारे हम अपराधी सदगुरु दे तुम बख्शन धारे मैं कृपा धारे जी मैं कृपा धारे
सर्व की स्तुति करो संत मीत, सावधान एकाग्र की साध संगत। ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣਾ ਸਤਸੰਗੀ ਪੁਰਸ਼ ਵਾਸਤੇ ਅਤੀ ਜ਼ਰੂਰੀ ਹੁੰਦਾ। ਦੁਨੀਆ ਦੇ ਧੰਦਿਆਂ ਵਿੱਚ ਲੱਗ ਕੇ ਮਨ ਮੈਲਾ ਹੋ ਜਾਂਦਾ ਹੈ, ਖਿੰਡ ਜਾਂਦਾ। ਖਿੰਡਿਆ ਔਰ ਮੈਲਾ ਮਨ अत्यंत दुखी और अशांत होया करता। पर जिस वक्त मन शुद्ध हो जाए और टिक जाए तो ये बहुत सुखी, शांत और ठंडा हो जाए। शांति तो वध के बड़ा सुख किन्ना लोगों 14 भवनों में कोई भी नहीं है। पहले तो दुनिया के धंधे लोगों ने इतने बढ़ा लए हैं, ਵਧਾਈ ਜਾ ਰਹੇ ਹਨ। ਸਾਰੀ ਜ਼ਿੰਦਗੀ ਧੰਦਿਆਂ ਵਿੱਚ ਹੀ ਲੱਗ ਜਾਂਦੀ ਹੈ। ਜਿਸ ਕੰਮ ਵਾਸਤੇ ਮਾਨੁਖ ਸਰੀਰ ਮਿਲਿਆ ਹੈ ਉਸ ਵਾਸਤੇ ਉਹਨਾਂ ਨੂੰ ਵਕਤ ਹੀ ਨਹੀਂ ਮਿਲਦਾ। ਇਸ ਵਾਸਤੇ ਮਾਨੁਖ ਸਰੀਰ ਮਿਲਿਆ ਹੈ, ਭਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਮਿਲ ਕੀ ਹੈ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਮਨੁੱਖਾ ਸਰੀਰ ਵਾਹਿਗੁਰੂ ਦਾ ਭਜਨ ਸਤਸੰਗ ਦੁਆਰਾ ਕਰਕੇ ਉਸ ਨੂੰ ਮਿਲਣ ਵਾਸਤੇ ਉਪਰਾਲਾ ਕਰਨੇ ਇਸ ਵਾਸਤੇ ਮਿਲਿਆ ਹੈ। ਬਾਕੀ ਉਹ ਧੰਦੇ ਜਿਹੜੇ ਇੱਕ ਦਿਨ ਸਭ ਛੱਡ ਗਏ, ਸਭ ਨੇ ਛੱਡ ਜਾਣੇ। ਦੁਨੀਆ ਤੋਂ ਇਨਸਾਨ ਇਉਂ ਤੁਰ ਜਾਂਦਾ ਜਿਵੇਂ ਮੁਸਾਫਰਖਾਨੇ ਵਿੱਚ ਰਾਤ ਕੱਟਦਾ। ਮੁਸਾਫਰ ਸਵੇਰ ਹੋਇਆ ਸੂਰਜ ਚੜ੍ਹਦਿਆਂ ਆਪਣਾ ਰਸਤਾ ਫੜਦਾ, ਕੋਈ ਚੀਜ਼ ਨਾਲ ਨਹੀਂ ਲੈ ਜਾਂਦਾ। ਗਰੀਬ ਲੋਕ ਗਰੀਬੀ ਛੱਡ ਜਾਂਦੇ ਹਨ, ਅਮੀਰ ਅਮੀਰੀ ਛੱਡ ਜਾਂਦੇ ਹਨ, ਰਾਜੇ ਲੋਕ ਰਾਜ ਭਾਗ ਛੱਡ ਕੇ ਤੁਰ ਜਾਂਦੇ ਹਨ। ਅੱਗੇ ਕਿਹੜੀ ਚੀਜ਼ ਕੰਮ ਆਏਗੀ? ਅੱਗੇ ਉਸ ਸਮੇਂ ਨਹੀਂ ਕੰਮ ਆਉਣਾ ਜੋ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰਦਾ ਹੈ। ਉਮਰੋਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪਾਉਂਦੀ ਮੁਜਰੇ, ਨਹੀਂ ਤੇ ਸਾਨੂੰ ਹਾਸਲ ਕੀਏ ਵਿੱਚ ਸੁਨੀਲੇ ਹੁਜਰੇ ਸੰਜ ਤੇ ਫਜਰੇ। तो बहुत सारे लोगों ने तो इतने कम ਵਧਾ ਲਏ ਹਨ, इतने ਕੰਮਾਂ ਦੇ ਅਧੀਨ ਹੋ ਗਏ ਹਨ। ਉਹਨਾਂ ਦੇ ਅਧੀਨ ਹੋ ਕੇ ਉਹਨਾਂ ਦੀ ਚਿੰਤਾ ਫਿਕਰ ਹੀ ਦਿਨ ਰਾਤ ਨਹੀਂ ਛੱਡਦੀ। ਸੋ ਨਾ ਇਹ ਜ਼ਿੰਦਗੀ ਦਾ ਦੁਨੀਆ ਦਾ ਸੁਖ ਪ੍ਰਾਪਤ ਕਰ ਸਕਦੇ ਹਨ, ਨਾ ਅਗੰਤ ਵਾਸਤੇ ਹੀ ਕੋਈ ਤਿਆਰੀ ਕਰ ਸਕਦੇ। ਉਸੀ ਚੱਕਰ ਵਿੱਚ ਫਿਰ ਜਾ ਪੈਂਦੇ ਜਿਸ ਚੱਕਰ ਵਿੱਚੋਂ ਨਿਕਲ ਕੇ ਇਹ ਮਾਨੁਖ ਦੇ ਪ੍ਰਾਪਤ ਹੋਏ। ਜਿਨ੍ਹਾਂ ਨੂੰ ਕੁਝ ਵਕਤ ਮਿਲਦਾ ਹੈ ਸਤਸੰਗ ਵਾਸਤੇ ਕੱਢ ਕੇ, ਹਿੰਮਤ ਕਰਕੇ, ਉਦਮ ਕਰਕੇ, ਪੁਰਸ਼ਾਰਥ ਕਰਕੇ ਦੁਨੀਆ ਦੇ ਧੰਦਿਆਂ ਵਿੱਚੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਦੇ ਹਨ। ਪਰ ਬਹੁਤ ਸਾਰੇ ਇਹੋ ਜਿਹੇ ਸੱਜਣ ਜਿਹੜੇ ਹਰੀ ਜਸ ਵਿੱਚ ਤਾਂ ਖਿਆਲ ਲਗਾਉਂਦੇ ਹੀ ਨਹੀਂ,
इधर उधर ही ख्याल दौड़ा के मुड़ जाते, वो भी उस शांत रस तो वंज ही रहते, लाभ नहीं उठा सकते। ਤੇ ਉਹੀ ਪੁਰਸ਼ ਲਾਭ ਉਠਾਉਂਦੇ ਹੈ ਜਿਹੜੇ ਆਪਣੇ ਖਿਆਲ ਨੂੰ ਰੋਕ ਕੇ ਹਰੀ ਜਸ ਵਿੱਚ ਜੋੜ ਕੇ ਸੁਖੀ ਸ਼ਾਂਤ ਕਰਦੇ ਹਨ, ਔਰ ਗੰਤ ਦੇ ਵਾਸਤੇ ਵੀ ਉਹਨਾਂ ਦਾ ਰਸਤਾ ਦਰਵਾਜ਼ਾ ਖੁੱਲਦਾ ਹੈ। ਅਤੇ ਆਓ ਇਸ ਗੱਲ ਦੀ ਹੀ ਸਾਨੂੰ ਗੁਰੂ ਜੀ ਤਾਕੀਦ ਕਰਦੇ ਹਨ। ਸਾਹਿਬ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਪ੍ਰਭੂ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜਿਹੜਾ ਸਮਾਂ ਦੁਨੀਆਂ ਦੇ ਧੰਦੇ ਵਿੱਚੋਂ ਕੱਢ ਕੇ ਪੁਰਸ਼ਾਰਥ ਕਰਕੇ ਹਿੰਮਤ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਆਏ ਹੋਣ, ਉਸਨੂੰ ਸ਼ਰਧਾ ਦੇ ਨਾਲ ਨਿਮਰਤਾ ਦੇ ਘਰ ਵਿੱਚ ਆ ਕੇ ਚਿੱਤ ਨੂੰ ਇਕਾਗਰ ਕਰਕੇ ਸਫਲਾ ਕਰਨ ਦਾ ਉਪਰਾਲਾ ਕਰੋ। तो ऐसा ही फरमाते हैं बार बार, दस करो वाहिगुरु दा प्यारियो चित नु इकागर, दस करो वाहिगुरु दा प्यारियो चित नु इकागर करके, ਨੈਗੇਟਿਵ ਪੋਜ਼ਿਟਿਵ ਹੁੰਦੀਆਂ ਬਿਜਲੀ ਦੀਆਂ, ਜਦੋਂ ਦੋਨਾਂ ਦਾ ਕਨੈਕਸ਼ਨ ਬਲਬ ਵਿੱਚ ਹੋ ਜਾਂਦਾ ਹੈ, ਤੀਜੀ ਚੀਜ਼ ਰੋਸ਼ਨੀ ਉਹਦੇ ਵਿੱਚ ਪੈਦਾ ਹੋ ਜਾਂਦੀ। ਇਸੇ ਤਰ੍ਹਾਂ ਹੀ ਮਨ ਦੀ ਇਕਾਗਰਤਾ ਦੇ ਵਾਸਤੇ ਸ਼ਰਧਾ ਔਰ ਨਿਮਰਤਾ ਦੋ ਸਾਧਨ ਪਹਿਲਾਂ ਜਦ ਆ ਜਾਣ, ਇਕਾਗਰਤਾ ਸਹਿਜੇ ਹੋ ਜਾਂਦੀ ਹੈ। ਸ਼ਰਧਾ ਦੀ ਬਾਬਤ आपने पिछले दिनों में सुना, श्रद्धा कितनी बलवान शक्ति बलवान साधन है। तो दूसरी गल है निर्माणता। इंसान दे चित्त विच कई किस्म दा मान इस दे अंदर इयों दसिया पिया जिवें ਟਿੱਬਾ ਹੁੰਦਾ ਰੇਤੇ ਦਾ, ਟਿੱਬੇ ਉੱਪਰ ਪਾਣੀ ਨਹੀਂ ਖੜਿਆ ਕਰਦਾ, ਕਿਤਨੀ ਬਾਰਿਸ਼ ਪਵੇ ਪਾਣੀ ਰੁੜ ਜਾਂਦਾ।
इसी तरह जिस दे मन दे अंदर हंकार दे टिब्बे उत्थे वाहिगुरू दा जस फैल नहीं सकता। कदे ही बार बार सानू गुरु जी ने इन्हां टिब्बिਆਂ ਟੋਇਆਂ ਨੂੰ ਢਾਉਣ वास्ते ताकीद की फरीदा मन मैदान कर टोए टिब्बे ला अगे मूल न आपसी दोजक संदीप पा। टोए कमजोरियां टिब्बे हंकार दे इन्हां दूर कर तद ही दोजक की अग तो बचेगा, इत्थे शांत सुख प्राप्त करेगा। हंकार 6 किस्म का मन्निया साध संगत, भावें बहुत किस्म का होर भी उपसर के वध जाता है, पर आम राजमद है, हुकूमत मद है, धनमद है, रूप मद है, जवानी मद है, विद्या मद है। ये 6 किस्म का हंकार जो इंसान के चित्त विच इन्हां चों किसी किस्म का हंकार हुंदा है, उत्थे नाम का निवास होना ही औखा हो जाता है। जिवें बर्तन विच जहर पिया होवे ਉਹਦੇ ਵਿੱਚ ਅੰਮ੍ਰਿਤ निवास नहीं कर सकता। ਜਦੋਂ उस जहर ਨੂੰ ਕੱਢਿਆ ਜਾਏ उस बर्तन ਦੇ ਵਿੱਚ ਅੰਮ੍ਰਿਤ ਦਾ ਨਿਵਾਸ ਹੁੰਦਾ ਹੈ। वस्तु अंदर वस्त समावे दूजी होवे पास। ਇਉਂ ਤਾਂ ਤੇ ਇਹਨਾਂ ਵਸਤਾਂ ਨੂੰ ਕੱਢਣਾ ਚਿੱਤ ਵਿੱਚ ਨਿਮਰਤਾ ਲਿਆਉਣੀ ਹੈ। ਇਹ ਜਿਤਨੀਆਂ ਚੀਜ਼ਾਂ 6 ਕਿਸਮਾਂ ਮਦ ਜੋ ਦੱਸਿਆ ਹੋਇਆ ਬਸ असल नहीं, वास्तव नहीं, ठीक नहीं है, यथार्थ नहीं है। ये सिर्फ इसके मन की ही घाट की हुई है। चीज़ां तो सारियां वाहिगुरू दियां, राज किहदी दात है वाहिगुरू दी, हुकूमत किसदी दात है वाहिगुरू दी, धन किसदी दात है वाहिगुरू दी, रूप किसदी दात है वाहिगुरू, और विद्या किहदी दात है वाहिगुरू दी, जवानी किसदी दात है वाहिगुरू दी। सारियां दातां दरअसल वाहिगुरू दियां हन। अगर इउं जान लवे जिसकी तिसकी कर जान आप न लाहे गवान। जिसदी वस्तु है उसकी समझ ले, अपनी हाँ थोकी हाँ छड़ दे। अगर ऐसा होएगा मन खाली हो जाएगा हरी जस वास्ते। वो मन रूपी बर्तन हरी जस दे नाल शांत रस दे नाल लबालब भर जाएगा। भाई साहब भाई गुरदास तो पूछया कि परम पदवी दे साधन कृपा करके दसो। उन्होंने थोड़े अखरां विच इक्को थां ऐ साधन दसे। अगर इन्हां नूं अमल विच लिया वे तमाम करोड़ां ग्रंथां दा सार हिरदे विच आ वसदा है। परम पदवी को जन्म दे विच हासिल कर सकदा है। तो यूं दसदे ने जिदे गरीबी आवे गुरमत रिंबे गरीबी आवे, जिदे गरीबी आवे गुरमत रिंबे गरीबी आवे।
ਗੁਰਮਤਿ ਹਿਰਦੈ ਗਰੀਬੀ ਆਵੇ। ਕਰੋੜਾਂ ਗ੍ਰੰਥਾਂ ਦਾ ਸਾਰ ਇਸ ਇੱਕ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਕਰਦੇ ਵੇਦ ਵਿਆਸ ਮੰਨੇ ਹਨ। ਇਹਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਮੰਨੀ ਜਾਂਦੀ ਹੈ। ਗੁਰੂ ਜੀ ਦਾ ਐਸਾ ਵਰ ਹੈ ਉਹਨਾਂ ਨੂੰ। ਸੋ ਆਪ ਜੀ ਇਹਨਾਂ ਥੋੜੇ ਅੱਖਰਾਂ ਵਿੱਚ ਸਭ ਦਾ ਤੱਤ ਕੱਢ ਕੇ ਦੱਸ ਦਿੰਦੇ ਨੇ। ਧਿਆਨ ਦੇ ਕੇ ਸੁਣੋ। ਇਹ ਵੀ ਨਾਲ ਦੀ ਨਾਲ ਕਹਿੰਦੇ ਹਨ, ਮੈਂ ਉਸਦੇ ਬਲਿਹਾਰੇ ਜਾਣਾ ਜੋ ਇਹਨਾਂ ਗੁਣਾਂ ਨੂੰ ਧਾਰਨ ਕਰੇ ਔਰ ਉਹ ਪਰਮ ਪਦਵੀ ਹਾਸਲ ਕਰਕੇ ਪ੍ਰਭੂ ਦੇ ਨਾਲ ਇੱਕ ਨਿਤ ਇਸੇ ਜਨਮ ਵਿੱਚ ਹੋ ਸਕਦਾ ਹੈ। ਹਾਂ ਤਿਸ ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਹੰਕਾਰ ਜਿਹੜਾ ਮਨਮਤ ਹੈ, ਨਿਮਰਤਾ ਆਜਜ਼ੀ ਗਰੀਬੀ ਜਿਸਨੂੰ ਕਹਿੰਦੇ ਨੇ, ਇਹ ਗੁਰਮਤ ਹੈ। ਸਿੱਖ ਨੇ ਗੁਰੂ ਦੀ ਮਤ ਧਾਰਨ ਕਰਨੀ ਹੈ, ਮਨ ਦੀ ਮਤ ਛੱਡਣੀ ਹੈ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠਿਨ। ਮਨ ਦੀ ਮਤ ਇਹੋ ਜਿਹੀ ਹੈ ਜਿਵੇਂ ਇੱਕ ਛੋਟੇ ਨਾਦਾਨ ਬੱਚੇ ਦੀ ਮਤ ਹੁੰਦੀ ਹੈ। ਗੁਰੂ ਦੀ ਮਤ ਬਹੁਤ ਵਿਸ਼ਾਲ ਮਤ ਹੈ, ਜਿਵੇਂ ਬਹੁਤ ਵੱਡੇ ਸਿਆਣੇ ਬਜ਼ੁਰਗ ਦੀ ਮਤ ਹੋਵੇ। ਬਜ਼ੁਰਗ ਦੀ ਮਤ ਬਹੁਤ ਸੁਖ ਦੇਣ ਵਾਲੀ ਹੁੰਦੀ ਹੈ। ਨਾਦਾਨ ਬੱਚੇ ਦੀ ਮਤ ਦੁਖਦਾਈ ਹੁੰਦੀ ਹੈ। ਸੋ ਇਸ ਕਰਕੇ ਗੁਰੂ ਜੀ ਦੀ ਜਿਹੜੀ ਮਤ ਹੈ ਉਹ ਇਸ ਜੀਵ ਨੂੰ ਦੋਨਾਂ ਜਹਾਨਾਂ ਵਿੱਚ ਉੱਚ ਦਰਜਾ ਬਖਸ਼ਣ ਵਾਲੀ ਔਰ ਅਬਨਾਸ਼ੀ ਸੁਖ ਦੀ ਦਾਤਾ ਹੈ। ਤਾਂ ਤੇ ਕਹਿੰਦੇ ਨੇ, ਹਾਂ ਤਿਸ ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਆਪਣੀ ਮਨ ਦੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਜੋ ਨਿਮਰਤਾ ਧਾਰਨ ਕਰਦਾ ਹੈ, ਹਾਂ ਮੈਂ ਉਸਦੇ ਬਲਿਹਾਰੇ ਜਾਣਾ। ਗੁਰੂ ਨਾਨਕ ਜੀ ਸੱਚਖੰਡ ਸੰਤ ਦੇ ਦਰਗਾਹ ਪਹੁੰਚੇ, ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚੇ। ਬਾਬਾ ਪੈਦਾ ਸੱਚਖੰਡ ਨਾਨਕ ਨਾਮ ਗਰੀਬੀ ਪਾਈ। ਉੱਥੇ ਜਾ ਕੇ ਕੀ ਮੰਗਿਆ? ਮਹਾਰਾਜ ਗਰੀਬੀ। ਤਿੰਨ ਪਾ ਸ਼ੇਰ ਗਰੀਬੀ ਸੀ, ਤਿੰਨ ਪਾ ਗੁਰੂ ਨਾਨਕ ਜੀ ਲੈ ਕੇ ਆ। ਬਾਕੀ ਸਾਰਿਆਂ ਵਾਸਤੇ ਇੱਕ ਪਾਈਆ ਰਹੇਗੀ। ਇਸੀ ਕਰਕੇ ਗੁਰੂ ਜੀ ਨੇ ਫਰਮਾਨ ਕੀਤਾ ਹੈ, ਗਰੀਬੀ ਗਦਾ ਹਮਾਰੀ ਕੰਨਾ ਰੇਨ ਸਗਲ ਛਾਰੀ, ਤਿਸ ਆਗੇ ਕੋ ਨਾ ਟਿਕੇ ਬੇਕਾਰੀ। ਗੁਰ ਪੂਰੇ ਇਹ ਗੱਲ ਸਾਰੀ। ਸਾਡਾ ਵੱਡਾ ਸ਼ਸਤਰ ਨਿਮਰਤਾ ਗਰੀਬੀ ਹੈ। ਸਾਰੀ ਦੁਨੀਆ ਨੂੰ ਇਸ ਦੇ ਨਾਲ ਅਸੀਂ ਸਰ ਕੀਤਾ ਹੈ। ਜਿਵੇਂ ਦੁਨੀਆ ਦੇ ਰਾਜੇ ਮਹਾਰਾਜੇ ਸ਼ਸਤਰਾਂ ਦੇ ਨਾਲ ਦੂਸਰੇ ਨੂੰ ਸਰ ਕਰਦੇ ਜਿੱਤਦੇ ਹਨ, ਗੁਰੂ ਜੀ ਕਹਿੰਦੇ ਹਨ ਅਸੀਂ ਨਿਮਰਤਾ ਰੂਪੀ ਸ਼ਸਤਰ ਦੇ ਨਾਲ ਸਾਰੀ ਦੁਨੀਆ ਨੂੰ ਸਰ ਕੀਤਾ। ਤਾਂ ਤੇ ਵੱਡਾ ਸਾਧਨ ਗੁਰੂ ਘਰ ਦੇ ਵਿੱਚ ਨਿਮਰਤਾ ਹੈ, ਨਿਰਮਾਣਤਾ ਹੈ। ਹੁੰਦੇ ਮਾਣ ਹੋਏ ਨ ਮਾਣਾ, ਹੁੰਦੇ ਤਾਣ ਹੋਏ ਨ ਤਾਣਾ, ਅਣਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਉਂ ਭਾਈ ਸਾਹਿਬ ਗੁਰਦਾਸ ਕਹਿੰਦੇ ਨੇ, ਹਾਂ ਤਿਸ ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਪਹਿਲਾ ਸਾਧਨ, ਜਿਵੇਂ ਨੀਵੇਂ ਥਾਂ ਬਾਰਿਸ਼ ਪਿਆਂ ਲਵਾ ਲਵ ਭਰੇ ਦੀ ਨੇ ਹੁੰਦੇ ਹਨ,
पर ਜਿਹੜੇ ਉੱਚੇ ਥਾਂ ਹਨ ਉੱਥੇ ਛਿੱਟ ਵੀ ਪਾਣੀ ਦੀ ਨਜ਼ਰ ਨਹੀਂ ਆਇਆ ਕਰਦੀ। ਇਸੀ ਤਰ੍ਹਾਂ ਜਿਸ ਹਿਰਦੇ ਵਿੱਚ ਨਿਮਰਤਾ ਨਿਰਮਾਣਤਾ ਆ ਜਾਏ ਉੱਥੇ ਸਾਰੇ ਦੈਵੀ ਗੁਣ ਜੋ ਪ੍ਰਭੂ ਪ੍ਰਾਪਤੀ ਦੇ ਵਾਸਤੇ ਲੋੜੀਂਦੇ ਹਨ ਸਹਿਜੇ ਹੀ ਆ ਜਾਇਆ ਕਰਦੇ ਹਨ। ਹਾਂ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ, ਪਹਿਲਾ ਸਾਧੂ। ਦੂਸਰਾ ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ न ਜਾਵੇ। ਤੀਸਰਾ ਸਾਧਨ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਚੌਥਾ ਸਾਧਨ ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਅਗਲਾ ਸਾਧਨ ਹਾਂ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਹਾਂ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਗੁਰਮੁਖ ਸੋਈ ਸਹਿਜ ਸੁਣਾਵੇ। ਕਰੋੜਾਂ ਗ੍ਰੰਥਾਂ ਦਾ ਤੱਤ ਕੱਢ ਕੇ ਇਹਨਾਂ ਅੱਖਰਾਂ ਵਿੱਚ ਦੱਸ ਦਿੱਤਾ। ਅਗਰ ਇਹਨਾਂ ਤੇ ਅਮਲ ਕਰ ਲਿਆ ਜਾਵੇ ਇਹਦਾ ਜਨਮ ਸਫਲਾ ਹੈ। ਅਤੇ ਪਹਿਲਾ ਸਾਧਨ ਗੁਰੂ ਜੀ ਨੇ ਨਿਮਰਤਾ ਹੀ ਨਿਰਮਾਣਤਾ ਹੀ ਦੱਸਿਆ ਹੈ। ਸੁਖੀ ਵਸਕੀਨੀਆਂ ਆਪ ਨਿਵਾਰ ਤਲੇ। ਗੁਰੂ ਜੀ ਨਿਮਰਤਾ ਦੀ ਮਹੱਤਤਾ ਦੱਸਦੇ ਹਨ। ਗੁਰੂ ਜੰਦੇ ਮਹਾਰਾਜ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਭ ਕਲੇ। ਅੱਗੇ ਅਸ਼ਟਪਦੀ ਵਿੱਚ ਖੋਲ ਕੇ ਦੱਸਦੇ ਹਨ। ਜਿਸਕੇ ਅੰਤਰ ਰਾਜ ਮਹਾਨ, ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ विष्टा का जंत। आपस को क्रमवंत कहावै, जन्म मरे बहु जून फरमावै। धन भूम का जो करे गुमान, सो मूर्ख अंधा ज्ञान। कर कृपा जिसके हृदय गरीबी बसावै, नानक यहाँ मुक्त आगे सुख पावै। निम्रता दी महत्ता। हृदय गरीबी आवे, गुरमत हृदय गरीबी आवे। हृदय गरीबी आवे, हृदय गरीबी आवे, गरीबी आवे।
जिसके चित्त विच प्रभु प्राप्ति का शौक लग्या, लेकिन रस्ता पता नहीं सी। किसी देवता की मूर्ति बना के, छोटा जा मंदिर बना के उसने उस स्थापन की, उसके सामने बैठ के रोज उसकी पूजा करे। काफी समा गुजर गया। साध संग जितनी देर तक किसी थां जाण दा सही रास्ता हथ ना आया होवे, उत्थे किवें पहुंच सकींदा। तो इसी तरह ही प्रभु प्राप्ति का जितनी देर तक सही रास्ता हथ ना आवे, उत्थे किवें पहुंच सकता है। तो उस देवता की उपासना काफी देर करता रहा। एक दिन का जिक्र, उसके चित्त विच बहुत प्रेम पैदा होया। जूं सवेरे स्नान वगैरह करके उस अपने देवता की मूर्ति के अगे बैठा, सारा दिन लंघ गया, रात भी गुजर गई, पिछला पहर रात्रि का हो आया, क्योंकि सारे दिन का सारी रात का बैठा सी। बैठे बैठे नूं आलस आ जाती है। उस देवता वालों उसनूं इशारा होया, कहन लगे, जे तू मुक्त चाहना है, देवी देवता खुद मुक्त नहीं, हम तेनू कैसे मुक्त कर देंगे। देवी देवता कुछ अपने वित्त अनुसार ऐश्वर्य तो दे सकते हैं, पर मुक्त खुद नहीं। जेड़ा मुक्त नहीं वो दूसरे ने मुक्त कैसे करेगा। जे हो सेवा ते हो जेही जी उपासना हुंदी है, वैसा ही उपासक बन जाया करता है। अगर तू मुक्त चाहना है, मुक्त दा सुल्तानपुरे मोदी खाने का काम करता, उत्थे पहुंच। ये उसनों इशारा होया, उठ के झट ही उसने, क्योंकि ओदे चित्त विच होर तां कोई इच्छा है नहीं सी। बड़ा धनाड़ा आदमी सी, पदार्थ की तो कोई कामना नहीं सी, सिर्फ ओदे चित्त मुक्त की इच्छा सी। उस मौके उतों सुल्तानपुरे का रस्ता फड़दा गुरु नानक जी नवाब दौलत खान के मोदी खाने के विच मोदी का काम करते। उत्थे पहुंचिया, बड़ी भीड़ भाड़ लोगों की, दूरों दर्शन करके दूर ही खड़ा रहा, प्यार नाल दर्शन करी जाता है। इसी तरह जदों छीड़ हो गई, उसनों दूर खड़ा देख के गुरु जी ने आवाज दी, प्रेमिया किवें खड़ा, अगे आया हो। आके चरण शीश रख के फुट फुट के रोन लग पे, कृपा करो जन्म सफला हो जावे, मसा मसा 184 भरमे दुर्लभ जन्म पाए हो। 184 च भरमे मसा मसा मानुक दे हथ आई है। प्रभु प्राप्ति वास्ते खुला दरवाजा मिलया है। अगर 4 दिहाड़े एवं कट के फिर मर गए, उस 84 भी जा डिगे, मानुक तन धारे का फायदा की। कृपा करो गरीबराज, मानुक तन सफला हो जाए, जन्म मरण के बंधन कट दो। ये वचन सुन के गुरु जी कहने लगे, प्रेमिया भगीरथ, जेकर तेरे चित्त विच मुक्त की इच्छा है तो इस दे वास्ते तू 3 साधन कर। मुक्त कानू कहते हैं साध संग, जन्म आदि सारे दुखा की निवृत्ति हो जाए, और मन सुख जो वाहिगुरु आनंद का सागर है उसकी हो जाए प्राप्ति, इसका नाम ही मुक्त। स्वयं करके गुरु जी कहने, अगर तू मुक्त चाहना है तो 3 साधन पका ले, मुक्त सहजे ही प्राप्त हो जाएगी। उसने अर्ज की, गरीबा हुक्म करो। पहला साधन तो है वाहिगुरु दे नाम नाल लिव लाउणी, एक रस बिरती लगाउणी, तेल धारा बार बार अभ्यास करके बिरती नूं नाम दा शब्द दा रूप बनाउण। दूसरा साधन है हमें दा त्याग, देहंगता दे ममता। इंसान दे चित्त विच हमें कई किस्म की वसी हुई है। दरअसल देहंगता दे ममता ही पसर के इतनियां शक्लां धारदी है। हमें जिसनों कहा जाता हमें, देहंगता और दे ममता इसनों कहने। अपने असली वास्तव स्वरूप नूं भुल के सो अपने आप नूं दे मनना, आपा दे मन के उस दे विच ममता होनी, इसनूं दरअसल हमें कहते हैं। यही पसर के जितने
ਸ਼ਕਲਾਂ ਧਾਰਦੀ, ਹਉਮੈ ਵੀ ਇਹੀ ਧਾਰਦੀ। ਇਸਨੂੰ ਵਿਚਾਰ ਪੂਰਵਕ ਤਿਆਗਣਾ, ਇਸਨੂੰ ਹਉਮੈ ਦਾ ਤਿਆਗ ਕਹਿੰਦੇ, ਹੰਤਾ ਦੇ ਮਮਤਾ ਤਿਆਗਣੀ। ਤੀਸਰਾ ਸਾਧਨ ਹੈ ਭਾਣਾ ਮਿੱਠਾ ਮੰਨਣਾ। ਦੇਹਧਾਰੀਆਂ ਵਾਸਤੇ ਦੁੱਖ ਸੁੱਖ ਆਇਆ ਹੀ ਕਰਦੇ ਹਨ। ਦੁਨੀਆ ਤੇ ਇਹੋ ਜਿਹਾ ਕੋਈ ਫਰਦੇ ਬਸ਼ਰ ਨਹੀਂ, ਗਰੀਬ ਤੋਂ ਬਾਦਸ਼ਾਹਾਂ ਤੱਕ, ਜਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖਾਂ ਸੁੱਖਾਂ ਦਾ ਮੁਕਾਬਲਾ ਨਹੀਂ ਹੁੰਦਾ। ਦੁੱਖ ਸੁੱਖ ਆਪਣੇ ਪਿਛਲੇ ਜਨਮਾਂ ਦੀ ਪ੍ਰਾਰਬਧ ਕਰਮਾਂ ਦਾ ਫਲ ਜੋ ਵਾਹਿਗੁਰੂ ਪ੍ਰਦਾਤਾ ਹੈ, ਉਸ ਦੀ ਇੱਛਾ ਅਨੁਸਾਰ ਮਿਲ ਰਿਹਾ ਹੈ। ਇਸ ਨੂੰ ਭਾਣਾ ਜਾਣ ਕੇ, ਵਾਹਿਗੁਰੂ ਦੀ ਰਜ਼ਾ ਜਾਣ ਕੇ ਮਿੱਠਾ ਮੰਨਣਾ। ਇਹ ਤਿੰਨ ਗੱਲਾਂ ਨੂੰ ਜੋ ਅਮਲ ਵਿੱਚ ਲਿਆਉਂਦਾ ਹੈ, ਉਹ ਮੁਕਤ ਉਹਦੇ ਹੱਥ ਤੇ ਇਉਂ ਪਈ ਹੁੰਦੀ ਹੈ ਜਿਵੇਂ ਹੱਥ ਤੇ ਔਲਾ ਪਿਆ ਹੁੰਦਾ। ਸੋ ਇਉਂ ਉਸ ਨੂੰ ਪਾਸ ਰੱਖ ਕੇ ਗੁਰੂ ਜੀ ਨੇ ਕੁਝ ਦੇ ਇਹ ਸਾਧਨ ਪਰਪੱਕ ਕਰਵਾ ਦਿੱਤੇ। ਉਹ ਪ੍ਰੇਮੀ ਪਿੱਛੋਂ ਗੁਰੂ ਨਾਨਕ ਜੀ ਦੇ ਮੁਖੀ ਸਿੱਖਾਂ ਵਿੱਚ ਆਓ ਸਾਧਨੇ ਹਉਮੈ ਦਾ ਤਿਆਗ, ਹਉਮੈ ਦੇ ਹੰਤਾ ਦੇ ਮਮਤਾ। ਇਸ ਨੂੰ ਗੁਰੂ ਜੀ ਨੇ ਕੋੜ ਦਾ ਰੋਗ ਦੱਸੇ। ਗੁਰੂ ਨਾਨਕ ਜੀ ਦੀ ਉਮਰ 14-15 ਸਾਲ ਦੀ ਹੈ। ਬਰਸਾਤ ਦਾ ਮੌਸਮ, ਸਾਉਣ ਭਾਦੋਂ ਦਾ ਮਹੀਨਾ, ਬਾਰਿਸ਼ਾਂ ਜ਼ਿਆਦਾ ਪੈਂਦੀਆਂ, ਇਹ ਲੰਘ ਚੁੱਕਿਆ ਹੈ। ਆਸਮਾਨ ਬੱਦਲਾਂ ਤੋਂ ਸਾਫ਼ ਹੋ ਗਿਆ ਹੈ। ਅੱਸੂ ਦਾ ਮਹੀਨਾ ਚੜ ਗਿਆ। ਗਰਮੀ ਦੀ ਤਪਸ਼ ਘਟ ਰਹੀ ਹੈ, ਜਿਵੇਂ ਸਤਸੰਗ ਕਰਨ ਵਾਲੇ ਪੁਰਸ਼ ਦੀ ਮਨ ਦੀ ਤਪਸ਼ ਘਟਦੀ ਹੈ। ਔਰ ਹੌਲੀ ਹੌਲੀ ਸਰਦੀ बढ़ रही है, ठंड बढ़ रही है। जिमें सत्संग भजन करने वाले पुरुष की मन की एकाग्रता द्वारा शांति बढ़िया करती, इहो जिहा मौसम आ गया। क्यों गुरु जी दुनिया का उद्धार वास्ते कौतक रचते हैं। आप जी अपने बिस्तरे उपर चादर तान के मुंह लुको के यूं पे रहंदे है, जिमें सतवीं भूमिका वाला पुरुष अपनी बिरती में संकोच के समाधिष्ट रहता है, या जिमें कछू अपने अंगां नूं संकोच के खोपड़ी विच ले जाता। इउं हर वक्त उस अवस्था विच आनंद दे सागर वाहिगुरू विच लीन रहंदे। गलबात किसी नाल नहीं करते, बोलते चलते नहीं, खांदे पींदे नहीं। हाँ, जे कोई अपनी सर्वज्ञता द्वारा बाहर कोई साधु महात्मा आया देखते हैं, चुप चुपाते जाते हैं, कुछ परमार्थ वचन करके फिर वापस आके अपने बिस्तर पे लेट जाते। ये अन्नमय कोश है। सासंग शरीर जिहड़ा है, अन्न दे आसरे अगर यदि किसी तरीके से भुख वगैरह घट जाए, ये दुबला किरस हो जाता है। तो आप जी तो जान के कुछ नहीं से खाते, शरीर दुबला किरस हुंदा जांदा है, तेरा पीला पै गया। मां तृप्ता बार बार आके पूछती है, बेटा पुत्र जी की दुख है, की तकलीफ है, की कष्ट है, बोलते नहीं, तेरा पीला हो गया, शरीर दुबला हो गया। किसी हकीम नूं लियाइए, बीमारी दिखा के इलाज करवाइए, लेकिन आप बोलते नहीं। इसी तरह कुछ समा गुजरिया, विचार की मेहता कालू जी ने, मातृपिता ने, होर रिश्तेदार संबंधियों ने, कोई न कोई बीमारी जरूर है जो बोलते नहीं है। शरीर भी दुबला किरस हो गया, चेहरा पीला पै गया। जरूर वैद हकीम नूं लिया के दिखाना चाहिए, बीमारी पर के दवाई देवे ताकि सेहत अच्छी हो जाए। मापिਆਂ ਨੂੰ तदे खुशी ਹੁੰਦੀ है जब बच्चे सेहतमंद होण तां। तो पिंड दा फरदास नाम करके बड़ा मशहूर सियाणा वैद सी, उसनूं जाके मेहता कालू जी ने कहा, वैद जी मेरे पुत्र नानक नूं पता नहीं की हो गया, भुख नहीं लगती, खांदा पींदा नहीं, बोलता चलता नहीं है किसी में, चेहरा लड्डू वर्गा पीला हो गया, शरीर कृष्ण दुबला हो गया। चल के कोई बीमारी देखो, दवाई बूटी दो ताकि उसकी सेहत अच्छी होवे, सानू सुख होवे। तो वैद कहने लगा, मेहता जी कल सवेरे निर्णय आके मैं नब्ज देखांगा, नब्ज दे के बीमारी परखूंगा, बीमारी परख के उसकी फिर दवाई देंगा। अगर दवाई विधि पूर्व खाणगे
अच्छी तरह सेहतमंद हो जाएंगे, फिक्र ना करो, तुसी जाओ, मैं सवेर सारी आ जावांगा। अज अजे सूरज चढ़िया नहीं, वैद हरदास घरों चल पैंदा, आके आवाज दिंदा है मेहता कालू जी, वो अंदर लै गए जिथे गुरु नानक जी चादर विच मूंह लपेटी, सारे अंग लपेटी पे सी, पास उच्चा मूड़ा डा दिता। वैद हरदास उत्थे बैठ जाता है, बैठ के हौली दे के चादर परां करके गुरु नानक जी दी नब्ज़ दे उपर 3 उंगलां रख दिंदा, बीमारी परखण वास्ते, क्योंकि हिकमत दे विच ਜਿਹੜੇ नब्ज़ दे पारखून वाई पित कफ 3 गल्लां परखदे हन। नब्ज़ दसदी है, ਉਹਦੇ अनुसार ही बीमारी परख के ਉਹਦਾ इलाज करते हैं। ਇਹਨਾਂ ਤਿੰਨਾਂ ਵਿੱਚੋਂ ਕਿਸੇ न किसी चीज़ का कोख ਹੁੰਦਾ, घाटा वाधा ਹੁੰਦਾ, कभी बीमारी लग्या करदी है। ਤਿੰਨੇ ਇੱਕੋ ਜਿਹੀਆਂ होण ਤਾਂ ਸਰੀਰ तंदुरुस्त होया करदा है। उस मौके ਜਦੋਂ वैद नब्ज़ देखण लगा, गुरु नानक उठ के बैठ गए, उन्होंने कहने की गल है वैद की करते हो? वैद कहन लगा तुहानू भुख नहीं लगती, शरीर दुबला हो गया, किरस हो गया, चेहरा डड्डू वर्गा पीला पिया है, बोलते चलते किसी नाल नहीं, चित उदास रहिंदा है, मैं थोड़ी बीमारी परखण वास्ते नब्ज़ देखदा हां। उस मौके गुरु जी उसनू कहण लगे वैद जी मेरी बीमारी परखदे हो कि तुसी अपनी बीमारी हटा लईए? ये वचन सुन के वैद हैरान हो गया। उस मौके ही गुरु जी ने एक शब्द उच्चारण किया सी, वैद बुलाया वैद की प्रकट नोले बां, ओला वैद न जाने कर करे जेमा, तेनू रोग दा पता नहीं कोई, मैं तो मेरी मां छड्ड रोग दा पता नहीं, मैं तो मेरी मां छड्ड
ਢੋਲੇ ਬਾਂ ਲਾ ਵੈਦ ਨ ਜਾਣੀ ਕਰਕ ਕਰੇ ਜੇ ਮਾਂ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲ 52 ਰੋਗਾਂ ਖਾਣ ਜਿਤ ਦਾਰੂ ਰੋਗ ਉੱਠ ਜਾਏ ਤਨ ਸੁਖ ਵਸੇ ਆਏ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾ। ਗੁਰੂ ਜੀ ਵੈਦ ਨਾਲ ਗੱਲਬਾਤ ਕਰਦੇ ਹਨ। ਇਸ ਬਹਾਨੇ ਗੁਰੂ ਜੀ ਮਾਨਸਿਕ ਰੋਗਾਂ ਦਾ ਜਾਣੂ ਕਰਾ ਕੇ ਉਸ ਨੂੰ ਆਰੋਗ ਕਰਦੇ ਹਨ ਤੇ ਉਹਨਾਂ ਦੇ ਵਾਸਤੇ ਉਹ ਉਪਾਅ ਦੱਸਦੇ ਹਨ। ਕਹਿਣ ਲੱਗੇ ਵੈਦ ਜੀ ਕਿ ਤੈਂ ਆਪਣੀ ਬਿਮਾਰੀ ਹਟਾ ਲਈ। ਉਹ ਕਹਿਣਗੇ ਮੈਨੂੰ ਤਾਂ ਕੋਈ ਬਿਮਾਰੀ ਨਹੀਂ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਸਾਰਾ ਸੰਸਾਰ ਹੀ ਰੋਗੀ ਹੈ। ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸਚ ਬਿਨਾ ਜੋ ਜੋ ਦਿਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪੰਜੇ ਤੱਤਾਂ ਦੇ ਸਾਰੇ ਸਰੀਰ ਬਣੇ ਮਿੱਟੀ ਪਾਣੀ ਅਗ ਹਵਾ ਆਕਾਸ਼ ਕੀੜੀ ਤੋਂ ਲਾ ਕੇ ਬ੍ਰਹਮਾ ਤੱਕ जितने 184 जोन जोनी पता नहीं कितने कितने शरीर तो सारे पंजा तत्तां दी बनावट है। पंजे तत्त मिट्टी पानी अग हवा आकाश आपस विच ही विरोधी हैं। सो इन्हां नूं मिला जला के इस जिस्म रूपी मकान बने हुए हैं चलते फिरते मकान हैं मानो। सो इस करके इन्हां दा आपस विच ही विरोध होने करके शरीर का बिल्कुल रोग होना असंभव है। तो यूं गुरु जी कहने लगे सारा संसार ही रोगी है। जो जो दिसे सो सो रोगी सारे ही रोगी पर रोग रहत मेरा सतगुरु जो वो आत्म वस्तु वाहिगुरु जिहड़ा पंजां तत्तां तो परे है एक रस अपने आप विच स्थित है आनंद दा सागर ओहदे विच रोग नहीं बाकी और सब रोगी हैं। जो जो दिसे जी सो सो रोगी सो सो रोगी जो जो दिसे जी सो सो रोगी सो
जो जो दिसे सो सो रोगी, रोग रहत मेरा सतगुरु जोगी। क्योंकि है जय सुन मंडलिक जोगी वैसे, नारना पुरख कहो को कैसे, आत्म वस्तु ही रोग से रहत। बाकी पंजा तत्तां दी जितनी बनावट है ये रोग से रहत होना असंभव है इसका। सो दो किस्म के रोग हैं, एक जिस्मानी रोग हैं, एक मानसिक रोग हैं। तो गुरु जी इत्थे कहन लगे वैद जी तू तां कहना मैनू कोई रोग नहीं, पर तैनू कोढ़ दा रोग लग्या होया। कोढ़ कितना वड्डा रोग, ये सुन के वैद हैरान हो गए। सर्ज बात है कोढ़ 18 यानी कोढ़ जिहड़ा है इहनूं भी नरक विच शामिल किया जाता। सो कोढ़ है। सो ये सुन के उहदे चित्त विच श्रद्धा हो आई, पुछना चाहता है कृपा करके दसो जे वो है मैनू समझाओ ते उसका इलाज भी जरूर कृपा करके दसो। हाँ गुरु जी कहने लगे सब ते वड्डा रोग तो इंसान नूं यही लग्या होया। हमें रोग जिहड़ा है इहनूं कोढ़ दा रोग कहा जांदा। देहंगता ते दे ममता। हमें रोग मानुक को दीना, ये रोग। तेनू कुष्ठ दा रोग है सासंग हमें। इंसान दो हिस्सियां दा बनिया रूह है, दूसरा जिस्म है। जिस्म पंजां तत्तां दी बनावट। रूह जिहड़ी है ये परमात्मा दी अंश होण करके कौस गिरे राम की अंश अविनाशी वस्तु है, वो रोग से रहत है। लेकिन शरीर जिहड़ा पंजां तत्तां दी बनावट हन सारे ही आपस विच ही पंजां तत्तां दी विरोधी होण करके मन और शरीर दोनों किस्म के रोगां करके ग्रस्त प्रतीत होंदे। गुरु जी कहने लगे वैद जी तैनू कुष्ठ दा रोग है, सासंग होमे दा रोग, कोढ़ दा रोग दसिया होया। यही सारे रोगां दा मूल, सारे दुखां दा मूल है। जन्मन आदि दा मूल ये होमे ही है। दरअसल ਇਹਦਾ अपना आपा की है, सब दा अपना आपा रूह है। जिस्म इहनूं कुछ देर वास्ते मिले, पर इसने अपनी हूँ जिहड़ी है अपने आपे नालों छड्ड के जिस्म नाल पैदा कर ली। अपने आप नूं बजाए जीवात्मा दे जिस्म मनण लग पिया मैं जिस्म हाँ, इहदे विच ही आपा जान के ममता पैदा कर। इसनूं हमें दा रोग कहंदे। ये किवें हो गई? दरअसल है सासंग अणहोया, वास्तव नहीं अणहोया है। ध्यान दे के सुन, इसनूं ये हमें किवें लग गई। गुरु जी एक थां हमें रोग नूं सारे रोगां दा मूल, सारे दुखां दा मूल, जन्मन आदि दा मूल और इस दे बड़े कौड़े फल दर्शाउंदे होए ऐसा फरमाउंदे ने। पढ़ो जरा। जमदा ते मरदा है हमें दा बरदिया होया, जमदा ते मरदा है हमें दा बरदिया होया।
ਹਉਮੈ ਇਹਨੂੰ ਗੁਰੂ ਜੀ ਕੋੜ ਦਾ ਰੋਗ ਦੱਸਦੇ ਹਨ। ਇਸ ਦੇ ਬੜੇ ਕੌੜੇ ਫਲ ਹਨ। ਇਉਂ ਇੱਕ ਥਾਂ ਫਰਮਾਉਂਦੇ ਹਨ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਏ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੁਖ ਮੁਖ ਕੀ ਸਾਰ ਨਾ ਜਾਣਾ, ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਪਾਇਆ, ਹਉਮੈ ਬੁਝੈ ਤਾਂ ਦਰ ਸੂਝੈ, ਹਉਮੈ ਨੂੰ ਪਛਾਣੇ, ਹਉਮੈ ਨੂੰ ਜਾਣੇ, ਵਿਚਾਰ ਦੁਆਰਾ ਤਾਂ ਦਰਸ਼ਨ ਦੀ ਸੋਝੀ ਪੈਂਦੀ ਹੈ। ਹਉਮੈ ਬੁਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਤੇਹਾ ਵੇ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਜੋ ਨਹੀਂ ਪਾਏ, ਹਉਮੈ ਕਿੱਥੋਂ ਉਪਜੈ ਕਿ ਸੰਜਮੇ ਜਾਏ, ਹਉਮੈ ਕਿੱਥੋਂ ਲੱਗ ਗਈ ਇਹਨੂੰ। ਸਾਧ ਸੰਗਤ, ਇੱਕ ਕੋਈ ਕਿਸੇ ਨਗਰ ਵਿੱਚ ਜੁਲਾਹਾ ਵਸਦਾ, ਬੜੇ ਸਰਲ ਜਿਹੇ ਸੁਭਾਅ ਵਾਲਾ। ਉਹਨਾਂ ਪਿੰਡਾਂ ਵਿੱਚ ਕੋਈ ਮੇਲਾ ਆ ਗਿਆ, ਲੋਕੀ ਮੇਲੇ ਜਾਣ ਲੱਗੇ। ਉਹ ਵੀ ਆਪਣੇ ਘਰਵਾਲੀ ਨੂੰ ਕਹਿੰਦਾ, ਮੈਂ ਵੀ ਮੇਲਾ ਦੇਖਣ ਦਾ ਖਿਆਲ ਕਰਦਾ ਹਾਂ, ਪਰ ਮੈਂ ਅੱਜ ਤੱਕ ਕਦੇ ਕਿਸੇ ਮੇਲੇ 'ਚ ਨਹੀਂ ਗਿਆ। ਸੁਣਿਆ ਮੇਲਿਆਂ ਤੇ ਇਕੱਠ ਬਹੁਤਾ ਹੁੰਦਾ, ਐਸਾ ਨਾ ਹੋਵੇ ਕਿਤੇ ਮੈਂ ਗੁਆਚ ਜਾਵਾਂ, ਕੋਈ ਉਪਾਅ ਹੋਣਾ ਚਾਹੀਦਾ। ਉਹਦੇ ਘਰਵਾਲੀ ਕਹਿੰਦੀ, ਮੈਂ ਇੱਕ ਯਤਨ ਕਰ ਦਿੰਦੀ ਹਾਂ, ਤੇਰੇ ਗਲ ਨੂੰ ਰੱਸੀ ਬੰਨ ਦਿੰਦੀ ਹਾਂ, ਜੇ ਤੂੰ ਗੁਆਚ ਜੇ ਗਲ ਨੂੰ ਹੱਥ ਲਾ ਕੇ ਦੇਖ ਲਈ, ਜੇ ਤਾਂ ਰੱਸੀ ਹੋਈ ਤਾਂ ਤੂੰ ਗੁਆਚਿਆ ਨਹੀਂ, ਅਗਰ ਤੇਰੇ ਗਲ ਨੂੰ ਰੱਸੀ ਨਾ ਹੋਈ ਤਾਂ ਸਮਝੀ ਗੁਆਚ ਗਿਆ, ਫਿਰ ਤੂੰ ਢੂੰਡਣ ਦੀ ਕੋਸ਼ਿਸ਼ ਕਰ ਲਈ। ਇਹ ਜੁਲਾਹੇ ਬਹੁਤੇ ਸਿੱਧੇ ਸਾਦੇ ਭੋਲੇ ਪਾਲੇ ਹੁੰਦੇ ਸਨ। ਇਹੋ ਜਿਹੇ ਭੋਲੇ ਹੁੰਦੇ ਸਨ, ਕਬੀਰ ਨੇ ਤਦੇ ਤੇ ਕਿਹਾ, ਕਬੀਰ ਹਮਰੀ ਜਾਤ ਕੋ ਸਭ ਕੋ ਹੱਸਣੇ ਹਾਂ, ਔਰ ਬਲਿਹਾਰੀ ਇਸ ਜਾਤ ਕੇ ਜਨ ਜਪਿਓ ਸਿਰਜਣਹਾਰ। ਇਹੋ ਜਿਹੇ ਭੋਲੇ ਹੁੰਦੇ ਸਨ। ਕਹਿੰਦੇ ਇੱਕ ਦਫਾ 10 ਜੁਲਾਹੇ ਆਪਣੇ ਪਿੰਡੋਂ, ਅੱਧੀ ਰਾਤ ਦਾ ਵਕਤ ਹੈ, ਦੂਸਰੇ ਪਿੰਡ ਜਾਣਾ ਸੀ। ਉੱਠਦੇ ਹਨ, ਚੰਦ ਚਾਨਣੀ ਰਾਤ ਸੀ, ਪੂਰਨਮਾਸ਼ੀ ਦੀ ਰਾਤ ਸੀ। ਚੱਲ ਪੈਂਦੇ ਦੂਸਰੇ ਰਸਤੇ ਦੇ ਵਿੱਚ ਟਿੱਬਾ ਆ ਜਾਂਦਾ। ਚੰਦ ਚਾਨਣੀ ਰਾਤ ਦੇ ਵਿੱਚ ਰੇਤਾ ਇਉਂ ਚਮਕਦਾ ਹੁੰਦਾ ਜਿਵੇਂ ਦਰਿਆ ਵਗਦਾ ਪਾਣੀ ਦਾ। ਦੇਖ ਕੇ ਕਹਿਣ ਲੱਗੇ, ਬਈ ਦਰਿਆ ਆ ਗਿਆ। ਇੱਕੋ ਨਾ ਵਿੱਚੋਂ ਕਹਿੰਦੇ, ਫਿਰ ਆਪਾਂ ਤਰ ਕੇ ਲੰਘਾਂਗੇ, ਕੱਪੜੇ ਲਾ ਲਓ। ਕੱਪੜੇ ਲਾ ਕੇ ਸਿਰ ਤੇ ਬੰਨ ਲਏ। ਉਸ ਰੇਤੇ ਦੇ ਵਿੱਚ ਜਿਵੇਂ ਪਾਣੀ ਤਰੀਂਦਾ, ਢਿੱਡ ਗਣਾਉਣਾ ਸ਼ੁਰੂ ਕਰ ਦਿੱਤਾ। ਚਲੋ ਵੀ ਸ਼ਾਬਾ ਵੀ ਬਲੇ। ਹਾਲਾਂਕਿ ਰੇਤਾ ਸੀ, ਸੋ ਇਉਂ ਕਰਦੇ ਉਹ ਥਾਂ ਲੰਘ ਗਏ, ਪਾਰ ਹੋ ਗਏ ਦਰਿਆ ਦੇ, ਸਮਝਦੇ ਨੇ। ਹੁਣ ਪਾਰ ਹੋ ਕੇ ਕਹਿੰਦੇ, ਆਪਾਂ ਗਿਣ ਲਓ, ਕੋਈ ਡੁੱਬਦਾ ਨਹੀਂ ਗਿਆ ਵਿੱਚ। ਇੱਕ ਜਿਹੜਾ ਗਿਣਦਾ ਆਪਣੇ ਆਪ ਨੂੰ ਨਹੀਂ ਗਿਣਦਾ, 10 ਦੀ ਬਜਾਏ 9 ਨਿਕਲਦੇ। ਬੈਠ ਕੇ ਰੋਣ ਲੱਗ ਪਏ, ਸਾਡਾ ਆਦਮੀ ਦਰਿਆ ਵਿੱਚ ਡੁੱਬ ਗਿਆ। ਹਾਲਾਂਕਿ ਦਰਿਆ ਕੋਈ ਨਹੀਂ ਸੀ, ਰੇਤਾ ਸੀ, ਪਰ ਉਹਨਾਂ ਨੂੰ ਅਜੇ ਤੱਕ ਨਹੀਂ ਪਤਾ, ਇੰਨੇ ਭੋਲੇ ਸਨ। ਸਾਡਾ ਆਦਮੀ ਡੁੱਬ ਗਿਆ ਦਰਿਆ ਵਿੱਚ, ਅਸੀਂ ਦਰਿਆ ਤਰ ਕੇ ਪਾਰ ਲੰਘੇ ਹਾਂ, ਰੋ ਰਹੇ ਹਨ। ਇੱਕ ਮੁਸਾਫਰ ਆ ਗਿਆ, ਪੁੱਛਣ ਲੱਗਿਆ, ਤੁਸੀਂ ਇੱਥੇ ਬੈਠੇ ਰੋਂਦੇ ਹੋ, ਤੁਹਾਨੂੰ ਕੀ ਹੋ ਗਿਆ? ਉਹਨਾਂ ਵਿੱਚ ਇੱਕ ਕਹਿੰਦਾ, ਜੀ ਅਸੀਂ ਦਰਿਆ ਪਾਰ ਕੀਤਾ, ਸਾਡਾ ਇੱਕ ਆਦਮੀ ਡੁੱਬ ਗਿਆ, ਉਹਨੂੰ ਰੋਂਦੇ ਹਾਂ। ਉਹਨੇ ਦੇਖਿਆ ਨਿਗਾਹ ਮਾਰ ਕੇ, ਦਰਿਆ ਤਾਂ ਇੱਥੇ ਕੋਈ ਹੈ ਨਹੀਂ, ਆਹ ਰੇਤਾ ਹੈ ਟਿੱਬਾ, ਇਹ ਪਾਣੀ ਵਾਂਗੂ ਚਮਕਦਾ, ਇਸ ਨੂੰ ਦਰਿਆ ਸਮਝਿਆ। ਇਹਨਾਂ ਨੇ ਜ਼ਰੂਰ ਜੁਲਾਹੇ ਹੋਣਗੇ। ਪੁੱਛਣ ਲੱਗੇ, ਤੁਸੀਂ ਕੌਣ ਹੋ? ਕਹਿੰਦੇ ਅਸੀਂ ਜੁਲਾਹੇ ਹੁੰਦੇ ਹਾਂ। ਤਾਂ ਕਹਿੰਦਾ, ਕੋਈ ਡਰ ਨਹੀਂ। ਕਿੰਨੇ ਸੀ ਤੁਸੀਂ? ਕਹਿੰਦੇ ਜੀ ਅਸੀਂ 10। ਇੱਕ ਆਦਮੀ ਸਾਡਾ ਡੁੱਬ ਗਿਆ ਵਿੱਚ ਪਾਣੀ ਦੇ। ਦੱਸੋ ਤਾਂ ਗਿਣ ਕੇ, ਜਿਹੜਾ ਗਿਣਦਾ ਆਪਣੇ ਆਪ ਨੂੰ ਨਹੀਂ ਗਿਣਦਾ, 9 ਨਿਕਲਦੇ ਆ। ਦੇਖੋ ਕਹਿਣ ਲੱਗੇ 9 ਰਹਿ ਗਏ, ਇੱਕ ਡੁੱਬ ਗਿਆ। ਉਹਨੇ ਦੇਖਿਆ ਵੀ 10 ਤਾਂ ਬਰਾਬਰ ਹਨ, ਪਰ ਇਹ ਭੋਲੇ ਜੋ ਹਨ। ਉਹ ਕਹਿਣ ਲੱਗਿਆ, ਜੇਕਰ ਮੈਂ ਤੁਹਾਡਾ ਆਦਮੀ ਦੇ ਦਿਆਂ, ਜਿਹੜਾ ਡੁੱਬਿਆ ਆਦਮੀ ਹੈ, ਤੁਹਾਨੂੰ ਮਿਲ ਜਾ, ਫਿਰ
बड़ी मेहरबानी हो, बड़ी कृपा हो, सामने खड़ो कहेंगे थोड़ा आदमी तुहानू मिल जाएगा। तो गिन के 1 2 3 4 5 6 7 8 9 10 जदों 10 कहा सारे उहदे पैरीं डिग पे, बड़ी कृपा की साडा डुबिया आदमी तुसीं दे दिता। जुलाहे तो इहो जिहे भोले हुंदे। कबीर जी तदे दा कहंदे ने, कबीर हमरी जात को सबको हसणे हार, पर बलिहारी इस जात के जिन जपियो सृजनहार। साडी जात नूं सब लोकी हसदे ने, इतने भोले सिद्धे सा, पर बलिहारे जावां इस जात दे जिहदे विच आके परमेश्वर दी प्रभु दी भगती कीती, आप करे कुलां तारियां, करोड़ां जीवां दा उद्धार कीता। सो इहो जिहे ਉਹ जुलाहा सिद्धा सादा सी। तो कहन लगे अपने घर वाली नूं, किते मैं गवाच ना जावां, सुनिया मेलिਆਂ 'ਚ इकट्ठ हुंदा, कोई यतन करदे, उसने गल नूं बन्नती रस्सी, कहंदी देख जे तूं गवाच जाए गल नूं हत्थ ला के वेख ली, जे रस्सी होई तां तूं गवाचिया नहीं, फिक्र ना करी, जे रस्सी ना होई तां तूं गवाच गया, ढूंढण दी कोशिश कर ली। सारा दिन मेले च फिरदे रहे। मेले च होर की हुंदा है, धूड़ धुप धक्के, होर तां कुछ भी नहीं हुंदा। तो इउं करके सारा दिन धूड़ धुप धक्के पकी गया। रात नूं आके मसीत विच पै जांदे हैं। गल नूं रस्सी बधी दे के, मस्करा आदमी सी, जिहड़ा मस्करा आदमी हुंदा है, कोई ना कोई मस्करी दी गल ढूंढदा ही रहिंदा हुंदा। सो ਉਹਨੂੰ ਕਹਿੰਦਾ गल नूं रस्सी बधी है। ਉਹ ਕਹਿੰਦਾ जी मैं कदे मेले नहीं आया, पहली वारी आया हाँ। मैं अपनी घरवाली नूं कहा सी, मेलिਆਂ सुनिया इकट्ठ बहुता हुंदा, जे मैं गवाच गया की करूंगा। ਉਹਨੇ मेरे गल नूं बन्नती रस्सी। ਉਹਨੇ कहा जेकर तू गवाच जाए तां गल नूं हत्थ लगा के देख ली, जे रस्सी होई तां तू नहीं गवाचा, फिर ना करी फिक्र, जे रस्सी ना होई तां तू गवाच गया, अपने आप नूं ढूंढण दी कोशिश करनी। इउं रस्सी बधी होई है। मस्करा आदमी कोई ना कोई गल इहो जी ढूंढदा ही रहिंदा, ਉਹਨੂੰ गल लभ गई। सो जदों सौ गया, उसने ਉਹਦੇ गल नाल रस्सी खोल के दूजे ਦੇ गल नाल बन। ਇਹਨਾਂ ਲੋਕਾਂ ਦੀ ਨੀਂਦ ਇਹੋ ਜਿਹੀ ਹੁੰਦੀ ਹੈ। सुलभ सी निंद्रा भजन करने वाले ने, जिन्हें जितनी भी खुराक सूक्ष्म होंगी है, उन्हें नींद भी सूक्ष्म हो जाती है। जितनी किसी की खुराक ज्यादा डाढ़ी, उतनी ਉਹਦੀ नींद भी ਇਹੋ ਜਿਹੀ ਹੁੰਦੀ है। ਪਿੰਡਾਂ ਦੇ ਜਿਹੜੇ ਖੇਤੀਪਤੀ ਦਾ ਕੰਮ ਕਾਰ ਕਰਨ ਵਾਲੇ ਜ਼ਿਮੀਂਦਾਰ, ਉਹਨਾਂ ਕੋਲ ਲੋਕੀ ਉੱਠ ਬੈਲ ਖੋਲ ਕੇ ਲੈ ਜਾਂਦੇ, ਪਤਾ ਹੀ ਨਹੀਂ ਲੱਗਦਾ ਹੁੰਦਾ ਕਿਹੋ ਜਿਹੀ ਨੀਂਦ ਹੁੰਦੀ ਹੈ। ਮੰਜੇ ਚੱਕ ਕੇ ਭਰਾ ਰੱਖ ਦੇਣੇ, ਕੋਈ ਪਤਾ ਨਹੀਂ ਲੱਗਣਾ। ਜਿੰਦੇ ਭੰਨ ਕੇ ਪਾੜ ਲਾ ਕੇ ਲੈ ਜਾਂਦੇ, ਲੋਕਾਂ ਨੂੰ ਕੋਈ ਪਤਾ ਨਹੀਂ ਲੱਗਦਾ ਇਹ ਨੀਂਦਾਂ ਲੋਕਾਂ ਦੀਆਂ। ਸੰਯੋਗ ਕਰਕੇ ਸੂक्ष्म नींद ਤਾਂ ਸੂक्ष्म ਆਹਾਰੀ ਪੁਰਸ਼ ਦੀ ਹੋਇਆ ਕਰਦੀ ਹੈ। ਸੋ ਉਹਦੇ ਗਲ ਨਾਲ ਰੱਸੀ ਖੋਲ ਕੇ ਮਸਕਰੇ ਨੇ ਦੂਜੇ ਦੇ ਗਲ ਨਾਲ ਬੰਨ ਦਿੱਤੀ। ਜਦੋਂ ਸਵੇਰ ਹੋਈ, ਉੱਠਿਆ जुलाहा, ਪਹਿਲਾਂ ਹੀ ਆਪਣੇ ਗਲ ਨੂੰ ਹੱਥ ਮਾਰਿਆ, ਦੇਖਿਆ ਤਾਂ ਰੱਸੀ ਨਹੀਂ ਹੈ। ਉਹਨੇ ਸੋਚਿਆ ਮੈਂ ਗਵਾਚ ਗਿਆ। ਇੱਧਰ ਉੱਧਰ ਨਿਗਾਹ ਦੌੜਾਈ, ਦੇਖਿਆ ਹੋਰ ਦੇ ਗਲ ਨੂੰ ਰੱਸੀ ਬੱਧੀ ਆ, ਉਹਨੂੰ ਜਾ ਚਿੰਬੜਿਆ। ਕਹਿਣ ਲੱਗਾ ਮੈਂ ਤਾਂ ਤੂੰ ਹਾਂ, ਮੈਂ ਤਾਂ ਤੂੰ ਹਾਂ। ਸਾਰੇ ਲੋਕਾਂ ਵਿੱਚ ਅਜੀਬ ਖੇਲ ਬਣੀ, ਮੈਂ ਤਾਂ ਤੂੰ। ਇਸੀ ਤਰ੍ਹਾਂ ਜਿਵੇਂ ਉਸ ਮਸਖਰੇ ਨੇ ਉਹ ਜੁਲਾਹੇ ਦੇ ਗਲ ਦੀ ਰੱਸੀ ਖੋਲ ਕੇ ਦੂਸਰੇ ਦੇ ਗਲ ਨੂੰ ਬੰਨਤੀ ਸੀ, ਉਹ ਕਹਿੰਦਾ ਸੀ ਮੈਂ ਤਾਂ ਤੂੰ ਹਾਂ। ਇਸੀ ਤਰ੍ਹਾਂ ਅਗਿਆਨ ਰੂਪੀ ਮਸਖਰੇ ਨੇ ਇਸ ਦੀ ਜੀਵਾਤਮਾ ਦੀ ਮੈਂ ਹਟਾ ਕੇ ਦੇਹ ਨੂੰ ਲਗਾ ਦਿੱਤੀ। ਇਹ ਕਹਿਣ ਲੱਗਿਆ ਮੈਂ 3.5 ਦਾ ਦੇਹ ਮਾਤਰ ਹਾਂ, ਇਹਦੇ ਵਿੱਚ ਹੀ ਆਪਾ ਜਾਣ ਕੇ ਇਹਦੀ ਮਮਤਾ ਹੋ ਗਈ। ਦਰਅਸਲ ਇਸ ਨੂੰ ਹਉਮੈ ਕਿਹਾ ਜਾਂਦਾ ਹੈ। ਹਉਮੈ ਕਿੱਥੋਂ ਉਪਜਿਆ, ਕਿ ਸੰਜਮੇ ਜਾਏ ਹਉਮੈ ਉਹ ਹੁਕਮ ਪਿਆ ਕਿ ਇਹ ਹਉਮੈ ਜਿਹੜਾ ਇਸ ਨੂੰ ਕੋੜ ਦੱਸਿਆ ਗੁਰੂ ਜੀ ਨੇ। ਹਉਮੈ ਦੇਹ ਧਾਰ ਕੇ ਬਾਰ-ਬਾਰ ਜੰਮਦਾ ਮਰਦਾ, ਹਉਮੈ ਦੇ ਅਧੀਨ ਹੀ ਜੰਮਦਾ ਮਰਦਾ ਹੈ। ਦੇਹ ਧਾਰ ਕੇ ਕਿਤੇ ਦੁੱਖ ਪਾਉਂਦਾ, ਸਾਰੀ ਜਾਣਦੇ। ਆਦ ਵਿਆਦ ਉਪਾਦ ਤਿੰਨਾਂ ਤਾਪਾਂ ਦਾ ਸ਼ਿਕਾਰ ਹੁੰਦਾ ਰਹਿੰਦਾ। ਆਸਾ ਤ੍ਰਿਸ਼ਨਾ ਚਿੰਤਾ ਇਹਨੂੰ ਆ ਚੰਬੜਦੀਆਂ, ਕਾਮ ਕ੍ਰੋਧ ਹੰਕਾਰ ਇਹਨੂੰ ਸਤਾਉਂਦੇ ਹਨ, ਸ਼ਬਦ ਸਪਰਸ਼ ਰੂਪ ਰਸ ਕਹਿੰਦੇ ਨੂੰ ਦੁੱਖ ਦਿੰਦੇ ਹਨ। ਵਿਦਿਆ ਸਮਤਾ ਰਾਗ ਦਾ ਭਿੰਨ ਵੇਸ਼ ਪੰਜ ਕਲੇਸ਼ ਆ ਚਿੰਬੜ, ਕਿੰਨੇ ਦੁੱਖ ਗਿਣੇ ਜਾਣ, ਬੜਾ ਭਾਰਾ ਦਫ਼ਤਰ ਤਿਆਰ ਹੋ ਜਾਂਦਾ। ਤਾਂ ਤੇ ਦੇਹ ਧਾਰ ਕੇ ਕਿਤੇ ਨੇ ਦੁੱਖ ਪਾਉਣੇ ਪੈਂਦੇ ਹਨ। ਦੇਹ ਧਾਰਨ ਦਾ ਕਾਰਨ ਹੀ ਹਉਮੈ ਹੈ। ਹਉਮੈ ਦਾ ਵਧਿਆ ਹੋਇਆ ਹੀ ਬਾਰ-ਬਾਰ ਜੰਮਦਾ ਔਰ ਮਰਦਾ ਹੈ। ਹਉਮੈ ਇਸ ਨੂੰ ਇਉਂ ਲੱਗੀ ਅਗਿਆਨ ਰੂਪੀ ਮਸਤਰੇ ਨੇ ਇਸ ਦੀ ਜੀਵਾਤਮਾ ਦੀ ਮੈਂ ਇਹਦੇ ਨਾਲ ਲਾ ਕੇ ਦੇਹ ਦੇ ਨਾਲ ਜੋੜ ਦਿੱਤੀ। ਇਹ ਕਹਿਣ ਲੱਗਾ ਮੈਂ ਤਾਂ 3.5 ਦਾ ਦੇਹ ਮਾਤਰ ਹਾਂ, ਇਹਦੇ ਵਿੱਚ ਇਸ ਦੀ ਮਮਤਾ ਹੋ ਗਈ। ਦਰਅਸਲ ਇਸ ਨੂੰ ਹਉਮੈ ਕਿਹਾ ਜਾਂਦਾ ਹੈ। ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਦਿਆ,
ਦਰਅਸਲ ਇਸ ਨੂੰ ਹਉਮੈ ਕਹਿੰਦੇ ਨੇ। ਗੁਰੂ ਜੀ ਤਦੇ ਕਹਿੰਦੇ ਨੇ ਹਉਮੈ ਨੂੰ ਤਿਆਗਣਾ ਵਿਚਾਰ ਪੂਰਵ ਔਰ ਵਾਹਿਗੁਰੂ ਦੇ ਨਾਮ ਨਾਲ ਇੱਕ ਰਸ ਬਿਰਤੀ ਲਗਾਣੀ, ਖਾਣਾ ਮਿੱਠਾ ਮੰਨਣਾ। ਇਹੀ ਗੁਰੂ ਜੀ ਮੁਕਦੇ ਤਿੰਨ ਸਾਧਨ ਦੱਸਦੇ। ਹਉਮੈ ਦੀ ਨਿਵਰਤੀ ਦਾ ਉਪਾਅ ਇਹਦਾ ਦਾਰੂ। ਵੈਦ ਪੁੱਛਣ ਲੱਗਾ ਹਰਦਾਸ ਮਹਾਰਾਜ ਇਹ ਤਾਂ ਮੈਂ ਸਮਝ ਲਿਆ ਬਈ ਹਉਮੈ ਇਹ ਮਨ ਦਾ ਕੋੜ ਹੈ, ਮਨ ਦਾ ਕੁਸ਼ਟ ਹਉਮੈ ਦੀਰਘ ਰੋਗ ਹੈ। ਦੀਰਘ ਰੋਗ ਕੁਸ਼ਟ ਨੂੰ, ਕੋੜ ਨੂੰ ਕਹਿੰਦੇ ਵੱਡਾ ਰੋਗ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਂ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਕਹੇ ਨਾਨਕ ਸੁਣੋ ਜਨੋ ਇਤ ਸੰਜਮ ਦੁਖ ਜਾ। ਹਉਮੈ ਦਾ ਫਿਰ ਇਲਾਜ, ਹਉਮੈ ਦਾ ਦਾਰੂ, ਹਉਮੈ ਦੀ ਦਵਾਈ ਗੁਰੂ ਜੀ ਗੁਰ ਸ਼ਬਦ ਦੱਸਦੇ, ਨਾਮ ਦੱਸਦੇ ਹਨ, ਗੁਰ ਮੰਤਰ ਦੱਸਦੇ ਹਨ। ਇਹ ਫਰਮਾਉਂਦੇ ਹਨ ਹਉਮੈ ਨੂੰ ਸੁਣੀਂਦਾ ਵਾਹਿਗੁਰੂ ਮੰਤਰ ਜਪੇ। ਹਉਮੈ ਨੂੰ ਸੁਣੀਂਦਾ ਵਾਹਿਗੁਰੂ ਮੰਤਰ ਜਪੇ। ਹਉਮੈ ਨੂੰ ਸੁਣੀਂਦਾ ਵਾਹਿਗੁਰੂ ਮੰਤਰ ਜਪੇ। ਹਉਮੈ ਨੂੰ ਸੁਣੀਂਦਾ ਵਾਹਿਗੁਰੂ ਮੰਤਰ
ਮੰਤਰ ਹੈ ਜਪ ਹਉਮੈ ਕੋਈ, ਹਉਮੈ ਦਾ ਇਲਾਜ, ਹਉਮੈ ਦਾ ਦਾਰੂ। ਗੁਰਮੰਤਰ, ਗੁਰ ਸ਼ਬਦ, ਨਾਮ ਇੱਕੋ ਚੀਜ਼ ਦੇ ਨਾਂ ਹਨ। ਗੁਰਮੰਤਰ ਵੀ ਇਸੇ ਨੂੰ ਕਹਿੰਦੇ ਨੇ, ਗੁਰ ਸ਼ਬਦ ਵੀ ਇਸੇ ਨੂੰ ਕਹਿੰਦੇ ਨੇ, ਨਾਮ ਵੀ ਇਸੇ ਨੂੰ ਕਹਿੰਦੇ ਨੇ, ਗੁਰ ਉਪਦੇਸ਼ ਵੀ ਇਸ ਨੂੰ ਕਹਿੰਦੇ ਨੇ। ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਹੁੰਦੇ। ਤੇ ਇਸ ਦਾ ਅਭਿਆਸ ਕਰਕੇ ਹਉਮੈ ਦੇ ਨਾਲ, ਹਉਮੈ ਦੀ ਨਿਵਰਤੀ, ਹਉਮੈ ਨੂੰ ਵਿਚਾਰਪੂਰਵਕ ਤਿਆਗਣਾ ਔਰ ਨਾਮ ਅਭਿਆਸ ਕਰਕੇ ਖਿਆਲ ਉਸ ਦੇ ਵਿੱਚ ਤਦਰੂਪ ਕਰਨਾ, ਖਾਣਾ ਮਿੱਠਾ ਮੰਨਣਾ। ਤੇ ਗੁਰੂ ਜੀ ਹਉਮੈ ਦਾ ਇਲਾਜ, ਹਉਮੈ ਰੂਪੀ ਕੋੜ ਦਾ ਇਲਾਜ ਨਾਮ ਰੂਪੀ ਦਾਰੂ ਹੀ ਦੱਸਦੇ। ਸੋ ਇਸ ਕਰਕੇ ਆਓ ਸਾਧ ਸੰਗ, ਇਹ ਹੀ ਦਰਅਸਲ ਵਿਚਾਰ ਕਰਕੇ ਦੇਖਿਆ ਜਾਵੇ, ਇਹ ਜਿਹੜੀ ਹਉਮੈ ਹੈ ਅਣਹੋਈ ਹੀ ਹੈ। ਇਸ ਹਉਮੈ ਤੋਂ ਪਸਰ ਕੇ ਰਾਜਮਦ ਹੋ ਜਾਂਦਾ ਹੈ, ਹਕੂਮਤ ਮਦ ਹੋ ਜਾਂਦਾ ਹੈ, ਧਨ ਮਦ ਹੋ ਜਾਂਦਾ ਹੈ, ਰੂਪ ਮਦ ਹੋ ਜਾਂਦਾ ਹੈ, ਜਵਾਨੀ ਮਦ ਹੋ ਜਾਂਦਾ ਹੈ, ਵਿਦਿਆ ਮਦ ਆਦਿ ਕਈ ਕਿਸਮ ਦੇ ਜਿਹੜੇ ਮਦ ਹਨ। ਇਸ ਦੇ ਆਖਰੇ ਹੁੰਦੇ ਜਦੋਂ ਇਹ ਨਿਵਰਤ ਹੋ ਜਾਏ, ਸਾਰੇ ਹੀ ਨਿਵਰਤ ਹੋ ਜਾਂਦੇ ਨੇ। ਜਿਸਕੀ ਤਿਸਕੀ ਕਰ ਜਾਨ ਆਪ ਲਾਹੇ, ਆਹਾਂ ਮੈਂ ਵਿੱਚੋਂ ਖੋਵੈ ਦੂਜਾ ਮੇਟੇ ਆਪੇ ਹੋਵੈ। ਹਉਮੈ ਰੂਪੀ ਕੰਧ ਹੀ ਜੀਵ ਤੇ ਰੱਬ ਦੇ ਵਿਚਾਲੇ ਹੈ, ਕਹਾਂ ਭੀਤ ਪਈ ਹੈ ਵਿੱਚੋਂ ਭਾਂਗੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਇਸ ਨੂੰ ਕਈ ਤਰੀਕੇ ਸੇ ਨਿਰੂਪਣ ਕੀਤਾ ਹੈ। ਨਾਮ ਅਭਿਆਸ ਦੀ ਕਮਾਈ ਕਰਕੇ ਇਸ ਨੂੰ ਦੂਰ ਕੀਤਾ ਜਾਏ। ਵੈਸੇ ਤਾਂ ਤਿੰਨ ਹਿੱਸੇ ਨੇ ਇਸ ਦੇ ਨਿਵਰਤੀ ਦੇ, ਨਿਰਮਾਣ ਹੋ ਕੇ ਸੇਵਾ ਕਰਨੀ, ਨਿਸ਼ਕਾਮ ਹੋ ਕੇ ਬਿਰਤੀ ਦੀ ਇਕਾਗਰਤਾ ਸ਼ਬਦ ਦੇ ਵਿੱਚ, ਨਾਮ ਦੇ ਵਿੱਚ ਕਰਨੀ, ਬਾਰ ਬਾਰ ਅਭਿਆਸ ਕਰਕੇ ਬਿਰਤੀ ਨੂੰ ਸ਼ਬਦ ਦੇ ਵਿੱਚ ਲੀਨ ਕਰਨਾ। ਜਦੋਂ ਇਹ ਹੋ ਜਾਏ, ਤੀਜਾ ਜਿਹੜਾ ਥੋੜੀ ਬਹੁਤੀ ਰਹਿ ਜਾਂਦੀ ਹੈ, ਉਹ ਗਿਆਨ ਦੁਆਰਾ ਬਿਲਕੁਲ ਨਿਵਰਤ ਹੋ ਜਾਂਦੀ ਹੈ। ਹਉਮੈ ਤੋਂ ਰਹਿਤ ਹੋ ਕੇ ਇਹ ਜੀਵ ਜਿਸ ਪਰਮੇਸ਼ਰ ਤੇ ਵਿਛੜਿਆ ਉਹਦਾ ਰੂਪ ਹੀ ਬਣ ਜਾਂਦਾ ਹੈ। ਮਾਨੋ ਇਹ ਹਉਮੈ ਦਾ ਰੂਪ ਕੱਟਿਆ ਗਿਆ ਹੈ ਤਾਂ ਉਹਦਾ ਜਨਮ ਮਰਨ ਨਿਵਰਤ ਹੋ ਗਿਆ। ਜਨਮ ਮਰਨ ਨਿਵਰਤ ਹੋ ਗਿਆ, ਜਿਹੜੇ ਦੇਹ ਧਾਰ ਕੇ ਦੁੱਖ ਪਾਉਣੇ ਸਾਰੇ ਕੁਦਰਤੀ ਨਿਵਰਤ ਹੋ ਜਾਂਦੇ ਹਨ। ਤਾਂ ਤੇ ਆਓ ਸਾਧ ਸੰਗਤ, ਇਹ ਹਉਮੈ ਦਾ ਰੋਗ ਗੁਰੂ ਜੀ ਨੇ ਜਿਹੜਾ ਦੱਸਿਆ ਹੈ, ਇਹ ਜੀਵ ਨੂੰ ਬੜਾ ਦੁਖੀ ਕਰਦਾ, ਇੱਥੇ ਵੀ ਉੱਥੇ ਵੀ। ਤਾਂ ਤੇ ਵਿਚਾਰ ਕਰਕੇ ਇਸ ਨੂੰ ਦੂਰ ਕਰਨਾ, ਨਾਮ ਅਭਿਆਸ ਦੀ ਕਮਾਈ ਕਰਕੇ, ਤੇ ਇਹ ਇਹਦੀ ਕਲਿਆਣ ਦਾ ਉਪਾਅ ਹੈ। ਕਲਿਆਣ ਦਾ ਸਾਧਨ ਇੱਕੋ ਹੀ, ਬਹੁਤ ਵੱਡੇ ਦੇਸ਼ ਦਾ ਰਾਜਾ ਜਿਸ ਨੂੰ ਬੇਅੰਤ ਜਿਸਮਾਨੀ ਸੁਖ ਪ੍ਰਾਪਤ ਹਨ। ਇੱਕ ਸੁਖ ਅਜੇ ਭੋਗ ਕੇ ਨਹੀਂ ਹਟਦਾ, ਦੂਸਰਾ ਤਿਆਰ ਹੁੰਦਾ। ਇਸੇ ਤਰ੍ਹਾਂ ਉਹ ਦੇ ਚਿੱਤ ਵਿੱਚ ਇਹਨਾਂ ਦੁਨਿਆਵੀ ਪਦਾਰਥਾਂ ਨੇ ਸ਼ਾਂਤ ਨਾ ਦਿੱਤੀ, ਕਿਉਂਕਿ ਇਹਨਾਂ ਦੇ ਵਿੱਚ ਦਰਅਸਲ ਸ਼ਾਂਤ ਹੈ ਨਹੀਂ। ਸਾਧ ਸੰਗਤ, ਇਹਨਾਂ ਦੇ ਦੋ ਫਲ ਹਨ ਦੁਨਿਆਵੀ ਪਦਾਰਥਾਂ ਦੇ, ਅਤ੍ਰਿਪਤੀ ਔਰ ਰਾਗ ਦ્વੈਸ਼। ਜਿੱਥੇ ਅਤ੍ਰਿਪਤੀ ਹੋਵੇ, ਰਜ ਨਾ ਆਉਣਾ, ਰਾਗ ਨਾ ਪਿਆਰ ਦਾ, ਦ્વੈਸ਼ ਨਾ ਵਿਰੋਧ ਦਾ। ਜਿਸ ਅੰਤःਕਰਣ ਵਿੱਚ ਇਹ ਦੋਵੇਂ ਗੱਲਾਂ ਹੁੰਦੀਆਂ ਨੇ, ਉੱਥੇ ਸ਼ਾਂਤ ਨਹੀਂ ਹੋਇਆ ਕਰਦਾ। ਸੋ ਇਹਨਾਂ ਪਦਾਰਥਾਂ ਦੀ ਕਿਤਨੀ ਬਹੁਲਤਾ ਹੋਣ ਦੇ ਬਾਵਜੂਦ ਵੀ ਉਹ ਰਾਜੇ ਦੇ ਚਿੱਤ ਨੂੰ ਕਿਸੇ ਕਿਸਮ ਦੀ ਤ੍ਰਿਪਤੀ ਨਾ ਹੋਣ ਕਰਕੇ, ਪੂਰਨ ਸੁਖ ਦੀ ਪ੍ਰਾਪਤੀ ਨਾ ਹੋਣ ਕਰਕੇ ਜ਼ਿਆਦਾ ਦੁਖੀ ਹੁੰਦਾ ਚਲਾ ਗਿਆ। ਅਖੀਰ ਉਹਦੇ ਚਿੱਤ ਵਿੱਚ ਵੈਰਾਗ ਹੋ ਗਿਆ। ਉਹ ਚਾਹੁੰਦਾ ਹੈ ਮੈਂ ਕਿਸੇ ਅਵਿਨਾਸ਼ੀ ਸੁਖ ਨੂੰ ਪ੍ਰਾਪਤ ਹੋਵਾਂ, ਜਿਸ ਸੁਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ, ਉਸ ਨੂੰ ਪ੍ਰਾਪਤ ਕਰਕੇ ਮੈਂ ਪੂਰਨ ਸੁਖੀ ਹੋ ਜਾ। ਸਾਧ ਸੰਗਤ, ਯੁਗਾ ਯੁਗਾਂਤਰਾਂ ਤੋਂ ਇਨਸਾਨ ਦੇ ਚਿੱਤ ਵਿੱਚ ਜ਼ਿਆਦਾ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਇਦੋਂ ਵੀ ਜ਼ਿਆਦਾ ਸੁਖੀ ਹੋਵਾਂ, ਇਹ ਲਾਲਸਾ ਲੱਗੀ ਚਲੀ ਆ ਰਹੀ ਹੈ। ਸੋ ਇਉਂ ਕਰਕੇ ਇਸੇ ਵਾਸਤੇ ਇਹਦੀ ਕੋਸ਼ਿਸ਼ ਇਹੀ ਜੀ ਹੈ। ਪਰ ਉਹ ਇੱਕੋ ਹੀ ਸੁਖ ਹੈ, ਅਵਿਨਾਸ਼ੀ ਸੁਖ, ਜਿਸ ਨੂੰ ਪਾ ਕੇ ਇਹਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ, ਉਹਦੇ ਵਿੱਚ ਸਾਰੀਆਂ ਖਾਸ਼ਾਤ ਲੈ ਹੋ ਜਾਂਦੀਆਂ। ਦੁਨਿਆਵੀ ਪਦਾਰਥਾਂ ਵਿੱਚ ਇਹ ਖਾਸ਼ਾਤ ਵਧੀ ਜਾਂਦੀਆਂ ਹਨ। ਵੱਧਦੀ ਕਿਹੜੀ ਚੀਜ਼ ਹੈ? ਰਾਜਾ ਨੇ ਸਵਾਲ ਕੀਤਾ ਵਜ਼ੀਰ ਦੇ ਪਾਸ, ਦਿਨ ਬ ਦਿਨ ਵੱਧਦੀ ਕਿਹੜੀ ਚੀਜ਼ ਹੈ? ਉਹ ਕਹਿੰਦਾ ਤ੍ਰਿਸ਼ਨਾ ਵਧੀ ਜਾਂਦੀ ਹੈ। ਤ੍ਰਿਸ਼ਨਾ ਵਧੀ ਹੀ ਜਾਂਦੀ ਹੈ, ਇਹਦਾ ਸੁਭਾਵ ਹੈ। ਘਟਦੀ ਕਿਹੜੀ ਚੀਜ਼ ਹੈ? ਘਟਦੀ ਹੈ ਉਮਰ। ਜਿਸ ਦਿਨ ਤੋਂ ਜਨਮ ਹੋ ਜਾਂਦਾ ਉਸੇ ਦਿਨ ਤੋਂ ਉਮਰ ਘਟਣ ਲੱਗ ਜਾਂਦੀ। ਇਸ ਕਰਕੇ ਇਉਂ
ਉਸਦੇ ਚਿੱਤ ਵਿੱਚ ਵੈਰਾਗ ਲੱਗ ਗਿਆ। ਚਾਹੁੰਦਾ ਹੈ ਕਿਸੇ ਇਕਾਂਤ ਥਾਂ ਬੈਠ ਕੇ ਗੁਰੂ ਦੇ ਵਿੱਚ ਬਿਰਤੀ ਲਗਾ ਕੇ ਆਪਣੇ ਖਿਆਲ ਨੂੰ ਜਿਹੜਾ ਦੁੱਖਾਂ ਸੁੱਖਾਂ ਦਾ ਮੂਲ ਹੈ ਸੋ ਆਨੰਦ ਦੇ ਸਾਗਰ ਵਿੱਚ ਜੋੜ ਕੇ ਉਹ ਅਜੇ ਬਣਾ ਦਿੱਤਾ ਜਾਏ। ਸੋ ਸਭ ਕੁਝ ਛੱਡਣ ਵਾਸਤੇ ਹਜ਼ਾਰਾਂ ਮਰਬਾ ਮੀਲ ਦਾ ਰਾਜ ਭਾਗ ਸਭ ਗੋਸ਼ਾਕੂ ਨੇ ਇਖਤਿਆਰ ਕਰਨ ਵਾਸਤੇ ਜਦੋਂ ਜਾਣ ਲੱਗਾ, ਉਸਦੀ ਰਾਣੀ ਬੜੀ ਸਮਝ ਵਾਲੀ ਸੀ। ਉਹ ਕਹਿਣ ਲੱਗੀ, ਰਾਜਨ ਬਾਹਰ ਜਾਣ ਦੀ ਲੋੜ ਨਹੀਂ। ਜਿਸ ਵਸਤੂ ਦੀ ਪ੍ਰਾਪਤੀ ਵਾਸਤੇ ਤੁਸੀਂ ਬਾਹਰ ਜਾਂਦੇ ਹੋ, ਕਿਤਨਾ ਵੱਡਾ ਰਾਜ ਭਾਗ ਛੱਡ ਰਹੇ ਹੋ, ਉਹ ਤੁਸੀਂ ਇਹਦੇ ਵਿੱਚ ਹੀ ਰਹਿ ਕੇ ਪ੍ਰਾਪਤ ਕਰ ਸਕਦੇ ਹੋ। ਪਰ ਸਾਧ ਸਿੰਘ ਵੈਰਾਗ ਦੀ ਲਹਿਰ ਵਿੱਚ ਉਹਦਾ ਮਨ ਇਤਨਾ ਰੁੜਿਆ ਜਾਂਦਾ ਸੀ, ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਕਹਿਣ ਲੱਗਾ, ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ ਹਾਂ, ਮਤ ਬੋਲ। ਛੱਡ ਛਡਾ ਕੇ ਕਿਸੇ ਇਹੋ ਜਿਹੇ ਥਾਂ ਜਾ ਕੇ ਬੈਠ ਜਾਂਦਾ ਇੱਕ ਝੀਲ ਦੇ ਕਿਨਾਰੇ, ਜਿੱਥੇ ਆਦਮੀ ਤਾਂ ਆਦਮੀ, ਚਿੜੀ ਪਰਿੰਦੇ ਦਾ ਵੀ ਨਾਮ ਨਿਸ਼ਾਨ ਨਹੀਂ ਸੀ ਦਿੰਦਾ। ਬੜੀ ਦੇਰ ਤੱਕ ਉੱਥੇ ਬੈਠ ਕੇ ਉਸਨੇ ਭਜਨ ਕੀਤਾ, ਤਪੱਸਿਆ ਕੀਤੀ, ਸਮਾਧੀਆਂ ਲਗਾਈਆਂ। ਕਈ ਸਾਲ ਗੁਜ਼ਰ ਗਏ ਇਸੀ ਤਰ੍ਹਾਂ, ਪਰ ਅਜੇ ਉਸ ਪੂਰਨ ਸੁਖ ਦੀ ਪ੍ਰਾਪਤੀ ਨਾ ਹੋਈ। ਅਜੇ ਵੀ ਖਾਲੀਪਨ ਦੇਖਿਆ। ਜਦੋਂ ਆਪਣੀ ਬਿਰਤੀ ਨੂੰ ਬਾਹਰੋਂ ਰੋਕ ਕੇ ਸਮਾਧਿਸ਼ਟ ਹੁੰਦਾ, ਸਮਾਧੀ ਲਗਾਉਂਦਾ, ਬਿਰਤੀ ਬਿਲਕੁਲ ਟਿਕ ਜਾਂਦੀ ਹੈ। ਉਸ ਮੌਕੇ ਬਹੁਤ ਸੁਖੀ ਹੁੰਦਾ ਹੈ। ਪਰ ਸਰੀਰ ਦੀ ਕਿਰਿਆ ਸ਼ਿਰਿਆ ਵੀ ਕੁਛ ਨੂੰ ਕਰਨੀ ਪੈਂਦੀ ਹੈ, ਨਹਾਉਣਾ ਧੋਣਾ ਕੁਛ ਨਾ ਕੁਛ ਇਹਦਾ ਕਰਨਾ ਹੀ ਪੈਂਦਾ। ਜਦੋਂ ਉੱਥੋਂ ਬਿਰਤੀ ਉਤਾਰਦਾ ਹੈ, ਫਿਰ ਇਸ ਨੂੰ ਸੰਸਾਰ ਪਾਸ ਕੇ ਉਹੀ ਮਨ ਦੇ ਤਰੰਗ ਫੇਰ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਇਹ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ। ਸੋ ਇੱਕ ਦਿਨ ਝੀਲ ਦੇ ਕਿਨਾਰੇ ਸ਼ਿਲਾ ਸੀ, ਉਹਦੇ ਉੱਪਰ ਆਸਣ ਦੇ ਉੱਪਰ ਚੌਂਕੜਾ ਲਗਾਈ ਸਮਾਧਿਸ਼ਟ ਬੈਠਾ ਹੈ, ਸਮਾਧੀ ਦੇ ਵਿੱਚ ਜੁੜਿਆ ਬੈਠਾ। ਇੱਕ ਕੋਈ ਮਹਾਤਮਾ ਆ ਜਾਂਦੇ ਹਨ, ਸਾਹਮਣੇ ਬੈਠ ਜਾਂਦੇ ਹਨ ਇੱਕ ਫਾਸਲੇ ਤੇ। ਕਾਫੀ ਦੇਰ ਤੋਂ ਬਾਅਦ ਜੋ ਸਮਾਧੀ ਤੋਂ ਉਤਰਿਆ, ਨੇਤਰ ਖੁੱਲੇ, ਕੀ ਦੇਖਿਆ, ਮਹਾਂਪੁਰਖ ਬੈਠੇ ਹਨ। ਬਹੁਤ ਖੁਸ਼ ਹੋਇਆ ਕਿਉਂਕਿ ਕਿਤਨੇ ਸਾਲਾਂ ਦਾ ਉਸਨੇ ਆਦਮੀ ਦਾ ਕੀ ਚਿੜੀ ਪਰਿੰਦੇ ਦਾ ਵੀ ਦਰਸ਼ਨ ਨਹੀਂ ਸੀ, ਇਹੋ ਜਿਹੀ ਇਕਾਂਤ ਜਗ੍ਹਾ ਢੂੰਢੀ ਸੀ। ਸੋ ਝਾਟੀ ਉੱਠਿਆ, ਮਹਾਤਮਾ ਦੇ ਕਰਨੀ ਲੱਗਿਆ ਕਿ ਬੜੀ ਕਿਰਪਾ ਕੀਤੀ, ਆਪਨੇ ਦਰਸ਼ਨ ਦਿੱਤੇ ਹਨ। ਹਾਂ, ਉਹ ਕਹਿਣ ਲੱਗੇ, ਹਾਂ ਇਸੀ ਤਰ੍ਹਾਂ ਹੀ ਮੈਨੂੰ ਪਰਮੇਸ਼ਰ ਨੇ ਪ੍ਰੇਰਿਆ ਹੈ। ਤੇਰੀ ਜਿਹੜੀ ਕੋਈ ਕਮੀ ਹੈ ਉਹਨੂੰ ਪੂਰੀ ਕਰਨ ਵਾਸਤੇ ਮੈਨੂੰ ਪਰਮਾਤਮਾ ਨੇ ਤੇਰੇ ਪਾਸ ਭੇਜਿਆ। ਸੋ ਦੱਸ ਕੀ ਕੁਛ ਕਮੀ ਹੈ? ਕਹਿਣ ਲੱਗਾ, ਜਿਸ ਵਕਤ ਮੈਂ ਆਪਣੀ ਬਿਰਤੀ ਨੂੰ ਬਾਹਰੋਂ ਰੋਕ ਕੇ ਸਮਾਧਿਸ਼ਟ ਕਰਦਾ, ਅੰਤਰਮੁਖ ਕਰਦਾ ਹਾਂ, ਬਿਰਤੀ ਟਿਕੀ ਰਹਿੰਦੀ ਹੈ, ਬੜਾ ਸੁਖ ਰਹਿੰਦਾ। ਪਰ ਜਿਸ ਵਕਤ ਬਿਰਤੀ ਨੂੰ ਉਤਾਰ ਕੇ ਕੋਈ ਨਾ ਕੋਈ ਸਰੀਰ ਦਾ ਕਿਰਿਆ ਸ਼ਿਰਿਆ ਕਰਨੀ ਪੈਂਦੀ ਹੈ, ਉਸ ਮੌਕੇ ਫਿਰ ਮੈਨੂੰ ਇਹ ਸੰਸਾਰ ਪਾਸ ਕੇ ਫਿਰ ਦੁੱਖ ਰੂਪ ਹੋ ਜਾਂਦਾ। ਫਿਰ ਮੈਂ ਆਪਣੇ ਉਹਨਾਂ ਤਰੰਗਾਂ ਵਿੱਚ ਹੀ ਵਹਿ ਤੁਰਦਾ। ਇਹ ਬੜਾ ਦੁੱਖ ਹੈ। ਇਸ ਕਰਕੇ ਇਹ ਅਵਸਥਾ ਨਹੀਂ ਹੋਣੀ ਚਾਹੀਦੀ, ਇਹ ਵੀ ਨਹੀਂ ਪਾਸਣਾ ਚਾਹੀਦਾ। ਇਹ ਵਚਨ ਸੁਣ ਕੇ ਉਹ ਮਹਾਤਮਾ ਕਹਿਣ ਲੱਗੇ, ਰਾਜਨ ਅਗਰ ਐਸੀ ਤੇਰੇ ਚਿੱਤ ਵਿੱਚ ਇੱਛਾ ਹੈ ਤਾਂ ਤੂੰ ਤਿਆਗ ਕਰ। ਇਹ ਸੁਣ ਕੇ ਬੜਾ ਹੈਰਾਨ ਹੋਇਆ। ਤਿਆਗ? ਬਹੁਤ ਹੈਰਾਨ ਹੋਏ ਕਿ ਤਿਆਗ ਮੈਂ ਕਾਹਦਾ ਕਰਾਂ? ਹੁਣ ਹਜ਼ਾਰਾਂ ਮਰਬਾ ਮੀਲ ਦਾ ਮੈਂ ਰਾਜ ਭਾਗ ਛੱਡਿਆ, ਸੋ ਖਜ਼ਾਨੇ ਛੱਡੇ, ਪੁਲਿਸ ਸਿਵਲ ਜੋ ਕੁਛ ਸੀ, ਫੌਜ ਆਦਿ ਇਹ ਮਹਿਕਮੇ ਸਾਰੇ ਛੱਡੇ, ਰਾਣੀਆਂ ਛੱਡੀਆਂ, ਬੱਚੇ ਛੱਡੇ, ਸਭ ਕੁਝ ਛੱਡ ਕੇ ਮੈਂ ਕਿਤਨੇ ਸਾਲਾਂ ਦੇ ਇੱਥੇ ਇਕੱਲਾ ਬੈਠਾ ਹੂੰ। ਅਜੇ ਹੋਰ ਵੀ ਕੁਛ ਤਿਆਗਣ ਜੋਗੀ ਗੱਲ ਰਹੇਗੀ, ਅਜੇ ਮੈਂ ਤਿਆਗੀ ਨਹੀਂ ਹੋਇਆ। ਇਹ ਵਚਨ ਸੁਣ ਕੇ ਮਹਾਤਮਾ ਕਹਿਣ ਲੱਗੇ, ਅਗਰ ਤੇਰੇ ਚਿੱਤ ਵਿੱਚ ਪੂਰਨ ਸੰਤੁਸ਼ਟ ਹੈ, ਕੋਈ ਦੁੱਖ ਨਹੀਂ, ਕੋਈ ਕਮੀ ਨਹੀਂ ਪ੍ਰਤੀਤ ਹੁੰਦੀ, ਤਾਂ ਸਮਝ ਲੈ ਤੂੰ ਪੂਰਾ ਤਿਆਗੀ ਹੈ। ਅਗਰ ਹੈ ਤਾਂ ਤੂੰ ਤਿਆਗ ਕਰ। ਹੁਣ ਹੈਰਾਨ ਹੁੰਦਾ, ਮੈਂ ਕੀ ਤਿਆਗ ਕਰਾਂ, ਸਮਝ ਨਹੀਂ ਪੈਂਦੀ। ਸਾਧ ਸੰਗਤ, ਇਨਸਾਨ ਸਭ ਕੁਛ ਤਿਆਗਣ ਦੇ ਬਾਵਜੂਦ ਵੀ ਇਹਦੇ ਅੰਦਰ ਇੱਕ ਚੀਜ਼ ਬਚ ਰਹਿੰਦੀ ਹੈ ਜਿਹੜੀ ਇਹ ਤਿਆਗ ਨਹੀਂ ਸਕਦਾ। ਉਹ ਕੀ ਹੈ? ਉਹਦੀ ਬਾਬਤ ਗੁਰੂ ਜੀ ਹੁਣ ਦੱਸਦੇ ਨੇ। कैसे कोई त्यागी जी हमें दे त्यागे वालो, कैसे कोई त्यागी जी हमें दे त्यागे वालो,
त्याग कहाँ को त्यागी, बिन वैराग कहाँ वैराग। हाँ, हमें दे त्याग तो बिना ये त्यागी कैसे हो सकता है। हमें न त्यागे तब ये पूरा त्यागी है। ने सब कुछ त्यागण के बाद वजूद भी ਇਹਦੇ ਅੰਦਰ ਇੱਕ ਮੈਂ ਬਚ ਰਹਿੰਦੀ ਹੈ, ਮੈਂ ਤਿਆਗ ਗਿਆ। ਰਾਜਾ ਨੂੰ ਮਹਾਤਮਾ ਕਹਿਣ ਲੱਗੇ ਰਾਜਨ त्याग कर। वो कहने लगा इतना कुछ मैं राज विभूति सब कुछ त्याग के गोशा को इख्तियार की है, अजे मैं होर की त्यागा। वो कहने लगे त्याग जेड़ी चीज तेरे पास बचती हो त्याग। हुण सोचदा मेरे पास होर की है, माला है, बरागण है, आसन है, गड़वा है। कहने लगा इनू मैं फिर छिट दिना झीले विच। महात्मा कहने लगे देख ला जे तू फिर भी त्यागी हो जाए तो ये चीज़ां झीले विच सारियां छिट दित्तियां। कहने लगे हुण तां मैं त्यागी हो गया। महात्मा कहने लगे अपने अंदर झाती मार ला, अंदर झाती मार के देख ला, मैनू पुछण दी लोड़ नहीं। जेकर तैनू मुकम्मल अवस्था प्राप्त होगी तो सचमुच ही तू त्यागी हो गया, पर अजे अवस्था नहीं प्राप्त हुई। कहने लगे ये तो अभी गल बनी नहीं। कहने फिर त्याग कर। फिर सोचता है होर की त्यागा, मेरे पास छपरी नूं अग ला देनी, तीली घसा के छपरी नूं अग ला दी, लकड़ मच गई। कहना हुण तां मैं त्यागी हो गया। कहने लगे अंदर झाती मार ला, मैनू पुछण दी लोड़ नहीं। कहने लगा वो गलत नहीं बनी जो मैं चाहना। फिर त्याग कर कहने लगे हुण सोचा मेरे पास कुछ नहीं, मेरे पास ये शरीर है, इहनूं फूक देना। सासंग शौक विच आके शरीर तक की भी किहड़ा इंसान परवाह करदा। लकड़ां इकट्ठियां करके शिखा बना लई, हुण छाल मारन वास्ते तैयार हो गया। जो छाल मारन लगा महात्मा ने उसदी बांह फड़ ली। कहेंगे देख जे तू ए शरीर नूं फूक दिता है शिखा विच, फिर भी तू त्यागी नहीं हो सकेगा। तेरे चित्त विच फिर भी मैं शरीर नूं फूक दिता, मैं बची रहेगी। तां ते ਜਦੋਂ ਇੰਨੀ ਗੱਲ ਕਹੀ ਉਹਨੂੰ ਸਮਝ ਪਈ, ਕਿਉਂਕਿ ਅਧਿਕਾਰੀ ਸੀ। ਕਹਿਣ ਲੱਗਾ ਤਿਆਗਣਾ ਤਾਂ ਮੈਂ ਇਹਨੂੰ। ਤਾਂ ਸਾਧ ਸੰਗਤ ਜਦੋਂ ਇਹ ਤਿਆਗ ਦਿੱਤੀ ਫਿਰ ਇਹ ਪੂਰਾ ਤਿਆਗੀ। ਉसी ਮੌਕੇ ਉਸਦੀ ਸਮਾਧੀ ਜੁੜੀ। ਬੜੀ ਦੇਰ ਤੱਕ ਬੈਠਾ ਰਿਹਾ। महात्मा ने उसनूं हिला के समाधि तो जो कहण लगे देख हुण तैनूं समाधिष्ठ होण दी, समाधि लाउण दी, अवथान होण दी कोई लोड़ नहीं रहेगी। इन्हां दोनों अवस्था तो उच्चा हो गया। जिथे मैं त्यागी गई ये चीज़ां रहिंदियां नहीं होंगी, तो उस मौके बाकी वही बचदा हुंदा जिहड़ा मंगले मकसूद है। सासंग साडे तरफ दे विचाले हमें दा ही बड़ा भारा पड़दा है। हाँ मैं विचों खोवा दूजा मेटे आपे हो। जो नाम अभ्यास करते करते ये जी साखी सुनाइए थोड़ी उच्च अवस्था की गल है, उदों ही समझ पैंदी है जो इस अवस्था दे विच इह आउंदा। उस मौके बिल्कुल ही त्याग करके असली अवस्था जिहड़ी है आनंद दा सागर वाहिगुरू जिथे मैं भी नहीं है उहदे विच लीनता हासिल करदा है। मैंने जी विचों खोवा विचों खोवा है।
ਮੈਂ ਵਿੱਚੋਂ ਖੋਵੇ ਦੂਜਾ ਮਿਟ ਆਪੇ ਹੋਵੇ। ਹਾਂ, ਕੰਧ ਹੈ ਵਿਚਾਲੇ ਦੋ ਆਦਮੀਆਂ ਦੇ, ਕੰਧ ਢਹਿ ਗਈ ਮਿਲਾਪ ਹੋ ਜਾਂਦਾ। ਹਉਮੈ ਰੂਪੀ ਕੰਧ ਹੈ, ਜਦੋਂ ਢਹਿ ਗਈ ਜੀਵਾਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਤਾਂ ਤੇ ਸੱਸ ਇਹੀ ਹਉਮੈ ਪਸਰ ਕੇ ਦੂਰ ਤੱਕ ਚਲੀ ਜਾਂਦੀ ਹੈ। ਮੈਂ ਰਾਜਾ ਹਾਂ, ਮੈਂ ਹਾਕਮ ਹਾਂ, ਮੈਂ ਧਨਾੜ ਹਾਂ, ਮੈਂ ਅਮੀਰ ਹਾਂ, ਮੈਂ ਬੜਾ ਬਲੀ ਹਾਂ, ਮੈਂ ਵਿਦਵਾਨ ਹਾਂ, ਮੈਂ ਹਾਂ ਇਹੋ ਜਿਹਾ ਕੁਛ। ਜਦੋਂ ਮੈਂ ਦੂਰ ਹੋ ਗਈ ਕੀ ਰਹਿ ਗਿਆ? ਪਰਮਾਤਮਾ ਹੀ ਬਾਕੀ ਰਹਿੰਦਾ ਹੈ। ਤਾਂ ਤੇ ਆਹ ਗੁਰੂ ਜੀ ਇਸ ਹਉਮੈ ਨੂੰ ਤਿਆਗਣ ਵਾਸਤੇ ਬਾਰ ਬਾਰ ਜ਼ੋਰ ਦਿੰਦੇ। ਆਉਂਦਾ ਤਿਆਗਣਾ, ਵਾਹਿਗੁਰੂ ਦੇ ਨਾਮ ਨਾਲ ਇੱਕ ਕਿਸ਼ਤੀ ਲਗਾਉਣ ਦਾ ਅਭਿਆਸ ਕਰਨਾ ਤੇ ਦੁੱਖ ਸੁੱਖ ਦੇ ਧਾਰੀਆਂ ਨੂੰ ਆਉਂਦੇ ਹਨ। ਹੁਣ ਪ੍ਰਭੂ ਦਾ ਖਾਣਾ ਜਾਣ ਕੇ ਮਿੱਠਾ ਮਰਨਾ, ਇਹ ਤਿੰਨ ਗੱਲਾਂ ਦਾ ਅਭਿਆਸ ਇਸ ਜੀਵ ਨੂੰ ਮੁਕਤ ਅਵਸਥਾ ਪਹੁੰਚਾਉਂਦਾ ਹੈ। ਇੱਥੇ ਜੂਨਾ ਮੁਕਤ ਹੁੰਦਾ ਹੈ। ਜਦੋਂ ਉਹ ਪੂਰੀ ਹੁੰਦੀ ਹੈ ਫਿਰ ਦੇਹ ਧਾਰ ਕੇ ਚੱਕਰ ਵਿੱਚ ਨਹੀਂ ਫਿਰਦਾ, ਸਦਾ ਵਾਸਤੇ ਵਿੱਚ ਹੀ ਰਹਿੰਦਾ। ਮਨ ਤਨ ਧਾਰਿਆ ਸਫਲਾ ਹੋ ਜਾਂਦਾ ਹੈ। ਅਤੇ ਆਹ ਸਾਤਿੰਗ ਸ਼ਰਧਾ ਤੇ ਨਿਰਮਾਣਤਾ, ਇਸ ਹਾਂ ਦੇ ਫਸਰ ਕੇ ਵੱਡੇ ਵੱਡੇ ਕਾਰਨਾਮੇ ਹੁੰਦੇ ਨੇ। ਅਗਰ ਇਸ ਨੂੰ ਨਿਰਮੂਲ ਕਰ ਦਿੱਤਾ ਜਾਵੇ ਸਾਰੇ ਦੁਖੀ ਹਟ ਜਾਂਦੇ ਹਨ। ਅਤੇ ਦੂਜਾ ਸਾਧਨ ਗੁਰੂ ਜੀ ਨਿਰਮਾਣਤਾ ਦੱਸਦੇ ਹਨ। ਕੋਲ ਸਮਾਇਆ ਗੁਰਮੁਖ ਤੇ ਗਰੀਬੀ, ਔਰ ਇਹਨੂੰ ਧਾਰਨ ਕਰਦਾ ਹੋਇਆ ਤੇ ਤੀਸਰਾ ਸਾਧਨ ਇਹਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦਾ। ਮਨ ਦੀ ਇਕਾਗਰਤਾ, ਸ਼ਰਧਾ ਔਰ ਨਿਰਮਾਣਤਾ ਜਦੋਂ ਚਿੱਤ ਵਿੱਚ ਆਈ, ਇਕਾਗਰਤਾ ਸਹਿਜੇ ਆ ਜਾਂਦੀ ਹੈ। ਸ਼ਰਧਾਹੀਨਤਾ ਹੋਣਾ ਔਰ ਚਿੱਤ ਵਿੱਚ ਹਉਮੈ ਹੋਣਾ, ਇਹ ਦੋਏ ਚੀਜ਼ਾਂ ਮਨ ਨੂੰ ਟਿਕਣ ਨਹੀਂ ਦਿੰਦੀਆਂ। ਦੋਏ ਪਿੱਛੇ ਹਟ ਗਈਆਂ। ਤੀਸਰਾ ਜੋ ਇਹਦਾ ਫਲ ਹੈ ਮਨ ਦੀ ਇਕਾਗਰਤਾ, ਸਹਿਜੇ ਹੀ ਪ੍ਰਾਪਤ ਹੁੰਦਾ ਹੈ। ਜਿਵੇਂ ਨੈਗੇਟਿਵ ਪੋਜ਼ੀਟਿਵ ਦੋ ਤਾਰਾਂ ਜਦ ਇਕੱਠੀਆਂ ਹੋ ਜਾਂਦੀਆਂ ਹਨ, ਲਾਟੂ ਦੇ ਵਿੱਚ ਰੋਸ਼ਨੀ ਝੱਟ ਹੋ ਜਾਂਦੀ ਤੀਜੀ ਚੀਜ਼। ਇਸੀ ਤਰ੍ਹਾਂ ਇਕਾਗਰਤਾ ਆ ਕੇ ਮਨ ਸੁਖੀ ਔਰ ਸ਼ਾਂਤ ਹੁੰਦਾ ਹੈ। ਤਦੇ ਹੀ ਸਾਨੂੰ ਬਾਰ ਬਾਰ ਗੁਰੂ ਜੀ ਐਸੇ ਫਰਮਾਉਂਦੇ ਹਨ, ਪਰਬ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ एकाग्र की। तो श्रद्धा निर्माणता द्वारा चित्त में एकाग्र करके हरि दा जस करो, वाहिगुरू दा भजन करो, सिमरन करो, बाणी पढ़ो, तब ही जन्म सौखा सफला हो जाता है। गज बज के गुरु स्त्रोत्र विच
Thank you.